हाँ जी, सत श्री अकाल दोस्तों। मैं संदीप ते पेज ते तुहाडा स्वागत है सब दा। ते अज मैं तुहाडे लई एक नवीं वीडियो लैके आया ते अज दी वीडियो दा विषय रहेगा कि इंटरनेट तो पैसा किवें कमाउणा है ते किवें आपां फिजिकल करंसी तो डिजिटल करंसी ਵੱਲ ਜਾਵਾਂਗੇ उस नाल संबंधित है। ये सारी जानकारी लैण लई तुसीं इस वीडियो नूं अंत तक जरूर देखो। ते मेरे नाल ने एक डिजिटल करंसी नाल संबंधित एक्सपर्ट, उन्हां तो जाणांगे सारी जानकारी कि किवें डिजिटल करंसी दे एक पार्ट क्रिप्टो दे राहीं पैसा कमा सकदे हां। क्रिप्टो करंसी दे विच इस वीर नूं बहुत ज़्यादा नॉलेज है, बहुत सारी जानकारी है। उहदे विचों कुछ आपां समुंदर दे विचों आपां भी कुछ चीज़ां कड्ढण दी कोशिश करांगे ते जाणदे हां कि ये करंसी किवें आ। सब तो पहिलां इन्हां दा नाम जाणांगे, फिर करांगे अगलियां गल्लां। सत श्री अकाल जी। सत श्री अकाल जी। मेरा नाम चमकौर सिंह लंबे पिंड सलेबर तो है जी। ते वीर जी ये दस्सिओ सानूं भी जो क्रिप्टो करंसी है ਤੇ ਇਸ ਕਰੰਸੀ ਦੇ ਵਿੱਚ ਆਪਾਂ ਕਿਵੇਂ ਕੰਮ ਕਰ ਸਕਦੇ ਹਾਂ ਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਪੈਸਾ ਕਿਵੇਂ ਕਮਾ ਸਕਦੇ ਹਾਂ? ਸਰ ਇਸ ਦੇ ਵਿੱਚ ਕੰਮ ਕਰਨ ਦੇ ਲਈ ਬਹੁਤ ਸਾਰੇ ਰਾਸਤੇ ਨੇ, ਬਹੁਤ ਸਾਰੀ ਐਕਸਚੇਂਜਸ ਨੇਗੇ ਜਿਨ੍ਹਾਂ ਦੇ ਥਰੂ ਆਪਾਂ ਇਸ ਦੇ ਵਿੱਚ ਐਂਟਰੀ ਕਰ ਸਕਦੇ ਹਾਂਗੇ। ਬਹੁਤ ਸਾਰੀ ਵੈਬਸਾਈਟਸ ਨੇਗੇ ਜਿਨ੍ਹਾਂ ਦੇ ਥਰੂ ਕ੍ਰਿਪਟੋ ਕਰੰਸੀ ਦੇ ਵਿੱਚ ਆਪਾਂ ਸਟੇਕਿੰਗ ਕਰਕੇ ਆਪਾਂ ਇਸ ਦੇ ਵਿੱਚੋਂ ਪੈਸਾ ਕਮਾ ਸਕਦੇ ਹਾਂਗੇ। ਠੀਕ ਹੈ ਜੀ। ਜਿਵੇਂ ਪਿਛਲੇ ਲੰਬੇ ਸਮੇਂ ਦੇ ਵਿੱਚ ਕ੍ਰਿਪਟੋ ਕਰੰਸੀ ਦੇ ਵਿੱਚ ਕੁਛ ਨਾਮ ਸਾਹਮਣੇ ਆਏ, ਜਿਵੇਂ ਬਿਟਕੋਇਨ ਜੋ ਜ਼ਿਆਦਾ ਲੰਬੇ ਸਮੇਂ ਤੋਂ ਚੱਲ ਰਿਹਾ, ਤੇ ਉਹਦੇ ਔਰ ਹੋਰ ਜਿੰਨੀਆਂ ਕਰੰਸੀ ਦੇ ਮੋਡਸ ਨੇ ਉਹਨਾਂ ਦੇ ਵਿੱਚ ਕੀ ਫਰਕ ਹੈਗਾ? ਦੋਸਤੋ ਜੋ ਬਿਟਕੋਇਨ ਹੈ ਉਸ ਦੀ ਜੋ ਸ਼ੁਰੂਆਤ ਹੋਈ ਹੈਗੀ 2009 ਤੋਂ ਹੋਈ ਹੈਗੀ। ਕ੍ਰਿਪਟੋ ਦੇ ਵਿੱਚ ਜੋ ਮਦਰ ਕਰੰਸੀ ਆ ਉਹ ਬਿਟਕੋਇਨ ਹੀ ਹੈ। ਦੋਸਤੋ ਇਸ ਦਾ ਜੋ ਮੋਡ ਆਫ ਐਕਸਚੇਂਜ ਆ ਉਹ ਵੀ ਐਕਸਚੇਂਜਾਂ ਦੇ ਥਰੂ ਹੀ ਇਸ ਦਾ ਲੈਣ ਦੇਣ ਹੁੰਦਾ ਗਾ। ਆਪਾਂ ਐਕਸਚੇਂਜਸ ਦੇ ਹੀ ਯੂਜ਼ ਕਰਕੇ ਉੱਥੇ ਹੀ ਲੈਣ ਦੇਣ ਕਰਕੇ ਇਸ ਦੇ ਵਿੱਚੋਂ ਪ੍ਰੋਫਿਟ ਅਰਨ ਕਰ ਸਕਦੇ ਹਾਂਗੇ। ਹੋਰ ਵੀ ਬਹੁਤ ਸਾਰੇ ਤਰੀਕੇ ਨੇ ਇਸ ਦੇ ਵਿੱਚੋਂ ਅਰਨਿੰਗ ਕਰਨ ਦੇ, ਉਹ ਸਟੈਪ ਟੂ ਸਟੈਪ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਜਾਵਾਂਗੇ। ਕ੍ਰਿਪਟੋ ਕਰੰਸੀ ਦੇ ਵਿੱਚ ਜਿਹੜਾ ਆਉਣ ਵਾਲਾ ਭਵਿੱਖ ਹੈਗਾ ਕਿ ਉਹ ਕਿੰਨਾ ਕੁ ਇਹਦਾ ਬਰਾਈਟ ਹੋਵੇਗਾ, ਉਹਦੇ ਨਾਲ ਸੰਬੰਧਿਤ ਕੀ ਤੁਹਾਡੇ ਵਿਚਾਰ ਨੇ? ਜੇਕਰ ਆਪਾਂ ਕ੍ਰਿਪਟੋ ਕਰੰਸੀ ਦੇ ਫਿਊਚਰ ਦੀ ਗੱਲ ਕਰੀਏ ਤਾਂ ਉਸ ਦੀ ਜੋ ਫਿਊਚਰ ਦੀ ਬ੍ਰਾਈਟਨੈਸ ਆ ਉਸ ਦੀ ਅੱਜ ਦੀ ਡੇਟ ਦੇ ਵਿੱਚ ਵੀ ਆਪਾਂ ਝਲਕ ਆ ਗਈ ਦੇਖ ਸਕਦੇ ਹਾਂਗੇ। ਕਿਸ ਦੇ ਥਰੂ ਦੇਖ ਸਕਦੇ ਹਾਂਗੇ? ਬਹੁਤ ਸਾਰੇ ਕੰਟੈਂਟ ਨੇਗੇ ਜੋ ਵੀਡੀਓਜ਼ ਵਗੈਰਾ ਨੇਗੀਆਂ YouTube ਉੱਪਰ ਅਵੇਲੇਬਲ ਨੇਗੀਆਂ। ਮੈਟਾਵਰਸ ਕੀ ਚੀਜ਼ ਹੈਗੀ? ਜਦੋਂ ਆਪਾਂ ਮੈਟਾਵਰਸ ਬਾਰੇ ਸਰਚ ਕਰਾਂਗੇ, ਮੈਟਾਵਰਸ ਦੇ ਉੱਪਰ ਜਿੰਨਾ ਵੀ ਲੈਣ ਦੇਣ ਦਾ ਜ਼ਰੀਆ ਹੋਏਗਾ ਉਹ ਕ੍ਰਿਪਟੋ ਕਰੰਸੀ ਹੋਏਗੀ ਦੋਸਤੋ। ਠੀਕ ਹੈ ਜੀ। ਉਸ ਚੀਜ਼ ਨੂੰ ਆਪਾਂ ਦੇਖ ਕੇ ਚੰਗੀ ਤਰ੍ਹਾਂ ਆਪਾਂ ਉਸ ਚੀਜ਼ 'ਤੇ ਸਟੱਡੀ ਕਰਕੇ, ਠੀਕ ਹੈ, ਸਰਚ ਕਰਕੇ ਉਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੋ ਕ੍ਰਿਪਟੋ ਦਾ ਫਿਊਚਰ ਹੈ ਕਿਸ ਤਰ੍ਹਾਂ ਦਾ ਹੋ ਸਕਦਾ। ਕ੍ਰਿਪਟੋ ਦਾ ਜੋ ਫਿਊਚਰ ਆ ਦੋਸਤੋ ਬਹੁਤ ਜ਼ਿਆਦਾ ਬ੍ਰਾਈਟ ਹੈ। ਠੀਕ ਹੈ ਜੀ। ਤੇ ਕ੍ਰਿਪਟੋ ਕਰੰਸੀ ਦਾ ਜਿਹੜਾ ਨੈਟਵਰਕ ਹੈਗਾ ਸਾਰਾ, ਤੇ ਇਹਨੂੰ ਕੌਣ ਚਲਾਉਂਦਾ ਤੇ ਕੰਮ ਕਿਵੇਂ ਕਰਦੀ ਆ, ਇਹਦੇ ਬਾਰੇ ਜੇ ਕੋਈ ਜਾਣਨਾ ਹੋਵੇ ਤਾਂ ਦਰਸ਼ਕ ਉਹ ਵੀ ਜਾਣਨਾ ਚਾਹਣਗੇ, ਉਹ ਵੀ ਜ਼ਰੂਰ ਦੱਸੋ। ਸਰ ਜੋ ਕ੍ਰਿਪਟੋ ਕਰੰਸੀ ਜਿਸ ਤਰ੍ਹਾਂ ਕਿ ਆਪਾਂ ਸੋਚਦੇ ਆਂਗੇ, ਕਈ ਵਾਰੀ ਦਿਮਾਗ ਦੇ ਵਿੱਚ ਖਿਆਲੀ ਪੁਲਾਵ ਬਣਦੇ ਆਗੇ ਕਿ ਸ਼ਾਇਦ ਇਸ ਨੂੰ ਕੋਈ ਪਰਸਨ ਓਪਰੇਟ ਕਰ ਰਿਹਾ ਹੈਗਾ, ਕੋਈ ਬੰਦਾ ਚਲਾ ਰਿਹਾ ਹੈਗਾ, ਇੱਦਾਂ ਹੀ ਸੋਚਦੇ ਹੈਗੇ ਜ਼ਿਆਦਾਤਰ ਆਪਾਂ। ਜੇਕਰ ਆਪਾਂ ਸ਼ਹਿਰੀ ਖੇਤਰ ਜਾਂ ਪਿੰਡਾਂ ਦੇ ਖੇਤਰ ਦੇ ਵਿੱਚ ਜਾਂਦੇ ਹਾਂ ਸਾਡੇ ਆਸ-ਪਾਸ ਦੇ, ਤਾਂ ਲੋਕਾਂ ਦੀ ਇੱਦਾਂ ਦੀ ਹੀ ਸੋਚਣੀ ਹੈਗੀ। ਪਰ ਨਹੀਂ ਦੋਸਤੋ, ਇਸ ਨੂੰ ਜੋ ਓਪਰੇਟ ਕਰ ਰਹੀ ਹੈਗੀ ਉਹ ਬਲੌਕਚੇਨ ਟੈਕਨੋਲੋਜੀ ਹੈਗੀ। ਉਸੇ ਦੇ ਉੱਪਰ ਹੀ ਇਸ ਦੀ ਸਾਰਾ ਸਟਾਰਟਅਪ ਜੋ ਚੱਲਦਾ ਹੈਗਾ। ਮਤਲਬ ਕਿ ਬਲੌਕਚੇਨ ਅਸੀਂ ਅੱਜ ਪਿੰਡਾਂ ਦੇ ਵਿੱਚ ਜਾਂਦੇ ਹਾਂ, ਸਾਡਾ ਐਕਸਪੀਰੀਅੰਸ ਅਸੀਂ ਦੇਖਦੇ ਹਾਂਗੇ ਲੋਕ ਐਜ ਏ ਕ੍ਰਿਪਟੋ ਮਾਰਕੀਟ ਨੂੰ ਕੀ ਸੋਚਦੇ ਹੈਗੇ, ਇੱਕ ਸੱਠੇ ਦੇ ਨਜ਼ਰੀਏ ਦੇ ਨਾਲ ਦੇਖਦੇ ਹੈਗੇ ਕਿ ਸ਼ਾਇਦ ਇਹ ਇੱਕ ਸੱਟਾ ਹੈਗਾ। ਦੋਸਤੋ ਇੱਦਾਂ ਦਾ ਕੁਝ ਵੀ ਨਹੀਂ ਹੈਗਾ, ਸਿਰਫ ਉਹਨਾਂ ਲਈ ਹੈਗੇ ਜੋ ਲੋਕ ਇਸ 'ਤੇ ਚੰਗੀ ਤਰ੍ਹਾਂ ਰਿਸਰਚ ਨਹੀਂ ਕਰਦੇ ਹੈਗੇ। ਜੇਕਰ ਇਸ ਦੇ ਪਿੱਛੇ ਦੀ ਆਪਾਂ ਟੈਕਨੋਲੋਜੀ ਨੂੰ ਸਮਝਾਂਗੇ ਤਾਂ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਸਮਝ ਸਕਾਂਗੇ ਕਿ ਕ੍ਰਿਪਟੋ ਕਰੰਸੀ ਹੈ ਕੀ ਚੀਜ਼ ਹੈ ਤੇ ਬਲੌਕਚੇਨ ਕੀ ਚੀਜ਼ ਆ। ਆਪਾਂ ਇਸ ਦੇ ਉੱਪਰੋਂ ਪੈਸਾ ਜਿਹੜਾ ਅਰਨ ਕਿਵੇਂ ਕਰ ਸਕਦੇ ਹਾਂ, ਇੱਕ ਵਧੀਆ ਮਾਤਰਾ ਦੇ ਵਿੱਚ ਆਪਾਂ ਜੇਕਰ ਪੈਸਾ ਅਰਨ ਕਰਨਾ ਚਾਹੀਦਾ ਤਾਂ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਇਸ ਦੇ ਬਾਰੇ ਪ੍ਰੋਪਰ ਜਾਣਕਾਰੀ ਸਰਚਿੰਗ ਕਰਨੀ ਪਊਗੀ। ਅੱਛਾ, ਤੇ ਜੇ ਆਪਾਂ ਆਮ ਦਰਸ਼ਕ ਇਸ ਜਾਣਕਾਰੀ ਨੂੰ ਸਰਚ ਕਰਨ ਲਈ ਸੰਪਰਕ ਕਰਦੇ ਨੇ ਮੰਨ ਲਓ ਇੰਟਰਨੈਟ ਦੇ ਨਾਲ, ਤਾਂ ਇੰਟਰਨੈਟ ਤੋਂ YouTube ਤੋਂ ਉਹਨਾਂ ਨੂੰ ਵੀਡੀਓਜ਼ ਮਿਲਦੀਆਂ ਨੇ, ਫਿਰ ਵੀ ਇੱਕ ਮਨ ਦੇ ਵਿੱਚ ਕਿਤੇ ਨਾ ਕਿਤੇ ਇੱਕ ਡਰ ਹੁੰਦਾ ਵੀ ਜਿਵੇਂ ਕਰੰਸੀ ਦੂਸਰੀਆਂ ਡਾਊਨ ਹੁੰਦੀਆਂ ਨੇ, ਜਿਵੇਂ ਪੈਸੇ ਦੀ ਵੈਲਿਊ ਘਟਦੀ ਜਾ ਰਹੀ ਆ, ਇਨ ਕੇਸ ਇਹਨਾਂ ਦੀ ਵੀ ਫਿਊਚਰ ਦੇ ਵਿੱਚ ਵੈਲਿਊ ਘਟ ਜੇ ਜਾਂ ਵੱਧ ਜੇ, ਇਹਨੂੰ ਕੰਟਰੋਲ ਕੌਣ ਕਰਦਾ? ਆਪਾਂ ਆਪਣਾ ਪੈਸਾ ਕਿਸੇ ਨੂੰ ਦੇ ਦਈਏ, ਇਨਵੈਸਟ ਕਰ ਦਈਏ, ਤਾਂ ਉਹ ਪੈਸੇ ਨੂੰ ਕੌਣ ਮੇਨਟੇਨ ਕਰ ਰਿਹਾ? ਤਾਂ ਇਹ ਜਿਹੜੇ ਸ਼ੱਕ ਜਾਂ ਸਵਾਲ ਨੇ, ਇਹਨਾਂ ਨੂੰ ਕਿੱਥੇ ਜਾ ਕੇ ਸਟਾਪ ਲੱਗਦਾ ਹੈਗਾ? ਕਿਵੇਂ ਇਹਨਾਂ ਨੂੰ ਰੋਕਿਆ ਜਾ ਸਕਦਾ? ਸਰ ਇਸ ਦੇ ਵਿੱਚ ਕੀ ਚੀਜ਼ ਹੈਗੀ, ਅਪ ਜਾਂ ਡਾਊਨ ਇਸ ਦੇ ਵਿੱਚ ਕਿਉਂ ਚੱਲਦਾ? ਪਹਿਲੀ ਗੱਲ ਤੇ ਸਭ ਤੋਂ ਪਹਿਲਾਂ ਜੋ ਗੱਲ ਹੈ ਕਿ ਇਕੱਲਾ ਕ੍ਰਿਪਟੋ ਕਰੰਸੀ ਦੇ ਵਿੱਚ ਹੀ ਅਪ ਡਾਊਨ ਨਹੀਂ ਚੱਲਦਾ ਹੈਗਾ। ਹੁਣ ਤੱਕ ਜਿੰਨੇ ਵੀ ਆਪਾਂ ਬਿਜ਼ਨਸ ਕਰਦੇ ਆ ਰਹੇ ਹਾਂਗੇ ਜਾਂ ਕੋਈ ਵੀ ਪਰਸਨ ਕਰ ਰਿਹਾ, ਹਰ ਇੱਕ ਬਿਜ਼ਨਸ ਦੇ ਵਿੱਚ ਅਪ ਡਾਊਨ ਆ। ਜੇਕਰ ਆਪਾਂ
ਗੋਲਡ ਨੂੰ ਦੇਖੀਏ, ਉਸ ਦੇ ਵਿੱਚ ਵੀ ਅਪ ਡਾਊਨ ਆ। ਆਪਾਂ ਦੇਖ ਦਿਆਂਗੇ ਆਪਣੇ ਜੋ ਦੁਕਾਨਾਂ ਹੁੰਦੀਆਂ ਨੇ, ਸ਼ੌਪਸ ਹੁੰਦੀਆਂ ਨੇਗੇ ਸੁਨਿਆਰੇ ਦੀ, ਜਿੱਥੇ ਗੋਲਡ ਦਾ ਆਪਾਂ ਖਰੀਦਦਾਰੀ ਕਰ ਸਕਦੇ ਹਾਂ, ਉਹਨਾਂ ਦੇ ਜੋ ਤਖਤੀਆਂ ਲੱਗੀਆਂ ਹੁੰਦੀਆਂ ਨੇ ਦੋਸਤੋ, ਉਹਨਾਂ ਦੇ ਵੀ ਰੇਟ ਡੇਲੀ ਅਪ ਔਰ ਡਾਊਨ ਚੇਂਜ ਹੁੰਦੇ ਰਹਿੰਦੇ ਹੈਗੇ। ਠੀਕ ਹੈ ਜੀ, ਇਸ ਦੇ ਵਿੱਚ ਹੀ ਨਹੀਂ, ਕੋਈ ਵੀ ਬਿਜ਼ਨਸ ਲਗਾ ਲਓ, ਚਾਹੇ ਸਟਾਕ ਮਾਰਕੀਟ ਲਗਾ ਲਓ, ਹਰ ਇੱਕ ਚੀਜ਼ ਦੇ ਵਿੱਚ ਅਪ ਡਾਊਨ ਹੈ, ਤਾਂ ਇਸ ਦੇ ਵਿੱਚ ਵੀ ਅਪ ਡਾਊਨ ਆ। ਜੇਕਰ ਗੱਲ ਕਰੀਏ ਇਸ ਦੇ ਵਿੱਚੋਂ ਅਰਨਿੰਗ ਦੀ, ਇਸ ਦੇ ਵਿੱਚ ਦੋ ਹੀ ਤਰੀਕੇ ਨੇਗੇ ਅਰਨਿੰਗ ਕਰਨ ਦੇ, ਹੋਲਡਿੰਗ ਕਰਕੇ ਤੇ ਟ੍ਰੇਡਿੰਗ ਕਰਕੇ। ਠੀਕ ਹੈ ਜੀ, ਮਤਲਬ ਇਹਦੇ ਵਿੱਚ ਆਪਾਂ ਕਿੰਨਾ ਕੁ ਕਿਸੇ ਬੰਦੇ ਨੂੰ ਪੈਸਾ ਲਗਾਉਣਾ ਚਾਹੀਦਾ ਜਾਂ ਕਿਸ ਮੋਡ 'ਚ ਲਗਾਉਣਾ ਚਾਹੀਦਾ? ਜਿਵੇਂ ਹੁਣ ਕਰੰਸੀ ਦੇ ਤੁਸੀਂ ਦੱਸਿਆ ਵੀ ਕਿ ਇਹਦੇ ਵਿੱਚ ਬਹੁਤ ਸਾਰੇ ਅਣਗਿਣਤ ਜੋ ਕਰੰਸੀਜ਼ ਹੈਗੀਆਂ ਨੇਗੀਆਂ ਜਿਹੜੀਆਂ ਕ੍ਰਿਪਟੋ ਦੇ ਵਿੱਚ ਕੰਮ ਕਰਦੀਆਂ ਨੇ, ਤਾਂ ਉਹਨਾਂ 'ਚੋਂ ਸਹੀ ਕਿਹੜੀ ਆ? ਬੰਦਾ ਕਿਹੜੀ ਨੂੰ ਚੁਣੇ? ਕਿਵੇਂ ਪਤਾ ਲੱਗਦਾ ਇਸ ਚੀਜ਼ ਦਾ? ਦੇਖੋ ਜੀ, ਜੇਕਰ ਆਪਾਂ ਗੱਲ ਕਰੀਏ ਕ੍ਰਿਪਟੋ ਕਰੰਸੀ ਦੇ ਵਿੱਚ ਵੀ ਬਹੁਤ ਸਾਰੇ ਪ੍ਰੋਜੈਕਟ ਨੇ ਜੋ ਆ ਰਹੇ ਨੇਗੇ ਮਾਰਕੀਟ ਦੇ ਵਿੱਚ, ਬਹੁਤ ਸਾਰੇ ਫਰਾਡ ਪ੍ਰੋਜੈਕਟ ਵੀ ਆ ਰਹੇ ਨੇਗੇ। ਇਸ ਦੇ ਵਿੱਚ ਆਪਾਂ ਨੂੰ ਸਰਚ ਕਰਨੀ ਪਊ ਆਪਣੇ ਲੈਵਲ ਤੇ ਜਾ ਕੇ। ਆਪਾਂ ਕਿਸੇ ਤੇ ਵਿਸ਼ਵਾਸ ਕਰਕੇ ਪੈਸਾ ਜਿਹੜਾ ਇਨਵੈਸਟ ਨਹੀਂ ਕਰ ਸਕਦੇ ਹੈਗੇ। ਸਭ ਤੋਂ ਜੇਕਰ ਆਪਾਂ ਗੱਲ ਕਰੀਏ ਸਹੀ ਡਿਸੀਜਨ ਵੀ ਇਹੀ ਆ ਕਿ ਪਹਿਲਾਂ ਆਪਣੇ ਲੈਵਲ ਤੇ ਜਾ ਕੇ ਆਪਾਂ ਨੂੰ ਰਿਸਰਚ ਕਰਨੀ ਚਾਹੀਦੀ ਹੈਗੀ। ਕ੍ਰਿਪਟੋ ਦੇ ਵਿੱਚ ਸਭ ਤੋਂ ਜੋ ਮੇਨ ਪੁਆਇੰਟ ਹੁੰਦਾ ਗਾ ਦੋਸਤੋ, ਉਹ ਹੁੰਦਾ ਬਲੌਕਚੇਨ ਦਾ। ਬਲੌਕਚੇਨ ਦੀ ਗੱਲ ਕਰ ਰਹੇ ਹਾਂਗੇ। ਜੇਕਰ ਆਪਾਂ ਕ੍ਰਿਪਟੋ ਕਰੰਸੀ ਬਾਰੇ ਡੀਪਲੀ ਚਲੇ ਗਏ ਤਾਂ ਜੋ ਵੀਡੀਓ ਬਹੁਤ ਲੰਬੀ ਬਣੇਗੀ। ਇਸ ਦੀ ਜੋ ਪਰਸਨਲ ਜਾਣਕਾਰੀ ਹੈ ਤੁਸੀਂ ਕੰਟੈਕਟ ਕਰਕੇ ਅਸੀਂ ਆਪਣਾ ਨੰਬਰ ਹੈਗਾ ਜੋ ਦੇਵਾਂਗੇ। ਪਰ ਆਪਾਂ ਬੇਸਿਕਲੀ ਗੱਲ ਕਰੀਏ, ਜੇਕਰ ਕ੍ਰਿਪਟੋ ਦੇ ਵਿੱਚ ਕਰੋੜਾਂ ਦੀ ਤਾਦਾਦ ਦੇ ਵਿੱਚ ਨੇਗੇ ਕ੍ਰਿਪਟੋ ਕਰੰਸੀਜ਼ ਨੇਗੀਆਂ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਟੋਕਨ ਨੇਗੇ, ਜ਼ਿਆਦਾਤਰ ਟੋਕਨ ਹੀ ਨੇਗੇ। ਜੇਕਰ ਆਪਾਂ ਗੱਲ ਕਰੀਏ ਕੋਇਨ ਦੀ, ਕੋਇਨ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਨੇ, ਜਿਵੇਂ 25 ਤੋਂ 30 ਹੀ ਮਾਤਰ ਕੋਇਨ ਨੇ। ਕੋਇਨ ਕੀ ਹੁੰਦੇ ਹੈਗੇ? ਜਿਨ੍ਹਾਂ ਦੀ ਆਪਣੀ ਸੈਲਫ ਬਲੌਕਚੇਨ ਹੁੰਦੀ ਆ, ਉਹ ਕੋਇਨ ਹੁੰਦੇ ਆ ਦੋਸਤੋ। ਉੱਥੇ ਜਿਹੜੇ ਚਾਂਸ ਨੇਗੇ 80-90% ਚਾਂਸ ਹੁੰਦੇ ਹੈਗੇ ਕਿ ਜੋ ਆਪਾਂ ਨੂੰ ਪ੍ਰੋਫਿਟ ਅਰਨ ਹੋ ਸਕਦਾ ਗਾ, ਉਹ ਵੀ ਜੇਕਰ ਆਪਾਂ ਇੱਕ ਲੌਂਗ ਟਾਈਮ ਦੇ ਲਈ ਸੋਚ ਕੇ ਚੱਲਦੇ ਹੈਗੇ। ਠੀਕ ਹੈ ਜੀ। ਦੂਸਰਾ, ਜੇ ਗੱਲ ਕਰਦੇ ਆਪਾਂ ਟ੍ਰੇਡਿੰਗ ਦੀ, ਟ੍ਰੇਡਿੰਗ ਦੇ ਵਿੱਚ ਕੀ ਹੈਗਾ, ਆਪਣੇ ਕੋਲੇ ਸਹੀ ਇਨਫੋਰਮੇਸ਼ਨ ਹੋਣੀ ਚਾਹੀਦੀ ਆ, ਸਹੀ ਐਜੂਕੇਸ਼ਨ ਦੇ ਜੇਕਰ ਆਪਣੇ ਕੋਲੇ ਹੋਏਗੀ ਤਦ ਹੀ ਆਪਾਂ ਉਸ ਦੇ ਵਿੱਚ ਪ੍ਰੋਫਿਟ ਬੁੱਕ ਕਰ ਸਕਦੇ ਹਾਂਗੇ। ਜੇਕਰ ਆਪਾਂ ਬਿਨਾਂ ਇਨਫੋਰਮੇਸ਼ਨ ਤੋਂ, ਬਿਨਾਂ ਐਜੂਕੇਸ਼ਨ ਲਏ ਆਪਾਂ ਕ੍ਰਿਪਟੋ ਦੇ ਵਿੱਚ ਟ੍ਰੇਡਿੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂਗੇ ਤਾਂ 100 ਦੇ ਵਿੱਚੋਂ 90% ਚਾਂਸ ਨੇਗੇ ਜੀ ਕਿ ਆਪਾਂ ਆਪਣਾ ਪੈਸਾ ਗਾ ਜਿਹੜਾ ਜ਼ੀਰੋ ਕਰ ਸਕਦੇ ਹਾਂ। ਠੀਕ ਹੈ ਜੀ, ਜਿਹੜਾ ਤੁਸੀਂ ਕਨਸੈਪਟ ਇਹ ਪੂਰਾ ਸਮਝਾਇਆ ਦਰਸ਼ਕਾਂ ਨੂੰ ਕਿ ਬਿਟਕੋਇਨ ਹੈਗਾ, ਇਹ 'ਚ ਮਿਨੀਮਮ ਇਨਵੈਸਟਮੈਂਟ ਆਪਾਂ ਕਿੱਥੋਂ ਸ਼ੁਰੂ ਕਰ ਸਕਦੇ ਹਾਂ ਤੇ ਮੈਕਸਿਮਮ ਕਿੱਥੇ ਤੱਕ ਲਿਜਾ ਸਕਦੇ ਹਾਂ? ਸਰ ਮਿਨੀਮਮ ਆਪਾਂ 100 ਰੁਪਏ ਤੋਂ ਵੀ ਸਟਾਰਟ ਕਰ ਸਕਦੇ ਹਾਂਗੇ। 100 ਰੁਪਏ ਤੋਂ ਸਟਾਰਟ ਕਰਕੇ ਜਿੰਨੀ ਆਪਣੀ ਪਾਕਟ ਅਲਾਓ ਕਰਦੀ ਹੈਗੀ ਆਪਾਂ ਉੱਥੇ ਤੱਕ ਇਸ ਦੇ ਵਿੱਚ ਇਨਵੈਸਟਮੈਂਟ ਕਰ ਸਕਦੇ ਹਾਂ। ਇੱਥੇ ਮੈਂ ਇੱਕ ਐਡਵਾਈਸ ਦੇਣੀ ਚਾਹੂੰਗਾ, ਇਸ ਦੇ ਵਿੱਚ ਹਮੇਸ਼ਾ ਪੈਸਾ ਕ੍ਰਿਪਟੋ ਕਰੰਸੀ ਦੇ ਵਿੱਚ ਜਾਂ ਅਦਰ ਮਾਰਕੀਟ ਦੇ ਵਿੱਚ ਪੈਸਾ ਉਹੀ ਇਨਵੈਸਟ ਕਰਨਾ ਚਾਹੀਦਾ ਗਾ ਜਿਸ ਦੇ ਬਿਨਾਂ ਆਪਾਂ 2 ਸਾਲ 4 ਸਾਲ 10 ਸਾਲ ਸਾਰ ਸਕਦੇ ਹੋਈਏ। ਠੀਕ ਹੈ, ਜਿੰਨੀ ਕੁ ਆਪਣੀ ਪਾਕਟ ਅਲਾਓ ਕਰਦੀ ਹੈਗੀ, ਜੋ ਆਪਣਾ ਡੇਲੀ ਦਾ ਜੀਵਨ ਜਿਸ ਤਰ੍ਹਾਂ ਆਪਾਂ ਜਿਸ ਪੈਸੇ ਨਾਲ ਸਰਵਾਈਵ ਕਰ ਰਹੇ ਹਾਂਗੇ, ਉਹ ਪੈਸਾ ਇਸ ਦੇ ਵਿੱਚ ਨਹੀਂ ਇਨਵੈਸਟ ਕਰਨਾ ਚਾਹੀਦਾ, ਕਿਉਂਕਿ ਆਪਣਾ ਪੈਸਾ ਗਾ ਜਿਹੜਾ ਹੋਲਡ ਵੀ ਹੋ ਸਕਦਾ ਗਾ। ਪਹਿਲੀ ਗੱਲ ਤੇ ਸਰ, ਆਪਾਂ ਆਪਣੇ ਪੈਸੇ ਨੂੰ ਇਨਵੈਸਟ ਕਰਦੇ ਕਿਉਂ ਆਂਗੇ? ਕਿਉਂਕਿ ਜੀ ਆਪਾਂ ਆਪਣੇ ਪੈਸੇ ਨੂੰ ਸਰਵੈਂਟ ਬਣਾਉਣੇ ਆਂਗੇ। ਜਦੋਂ ਆਪਾਂ ਸਰਵੈਂਟ ਬਣਾਉਣ ਜਾ ਰਹੇ ਹਾਂਗੇ ਤਾਂ ਆਪਣਾ ਪੈਸੇ ਨੂੰ ਥੋੜਾ ਲੌਂਗ ਟਾਈਮ ਲਈ ਆਪਾਂ ਨੂੰ ਹੋਲਡ ਕਰਨਾ ਵੀ ਪਊਗਾ, ਤਦ ਹੀ ਉਹ ਆਪਾਂ ਨੂੰ ਅੱਛਾ ਪ੍ਰੋਫਿਟ ਆ ਜਿਹੜਾ ਦੇ ਸਕਦਾ। ਤੇ ਅਗਲਾ ਮੇਰਾ ਸਵਾਲ ਹੈਗਾ ਗਾ ਕਿ ਜੋ ਇਹ ਕੁਆਇਨਸ ਨੇ ਜਾਂ ਜਿਵੇਂ ਤੁਸੀਂ ਕਿਹਾ ਇੱਕ ਟੋਕਨ ਨੇ, ਇਹਨਾਂ ਤੇ ਟੋਕਨ ਔਰ ਕੁਆਇਨ ਦੇ ਵਿੱਚ ਕੀ ਡਿਫਰੈਂਸ ਹੁੰਦਾ ਜੀ? ਦੋਸਤੋ ਜ਼ਿਆਦਾ ਲੰਬਾ ਚੌੜਾ ਨਹੀਂ ਜਾਂਦੇ ਇਸ ਵਿਸ਼ੇ ਦੇ ਉੱਪਰ। ਜਿਨ੍ਹਾਂ ਦੀ ਆਪਣੀ ਸੈਲਫ ਬਲੌਕਚੇਨ ਹੁੰਦੀ ਹੈ, ਬਲੌਕਚੇਨ ਇੱਕ ਡਿਜੀਟਲ ਲੇਜ਼ਰ ਹੈ ਜਿਸ ਦੇ ਉੱਪਰ ਡਾਟਾ ਇਨਫੋਰਮੇਸ਼ਨ ਸਾਰੀ ਸਟੋਰ ਰਹਿੰਦੀ ਹੈਗੀ ਦੋਸਤੋ। ਇਸ ਦੇ ਜੋ ਡਾਟਾ ਹੁੰਦਾ ਬਹੁਤ ਸਾਰੇ ਕੰਪਿਊਟਰਾਂ ਦੇ ਵਿੱਚ ਸਟੋਰ ਰਹਿੰਦਾ ਹੈਗਾ। ਇਸੇ ਦੀ ਬਦੌਲਤ ਹੀ ਜੋ ਇਹ ਪ੍ਰੋਜੈਕਟ ਨੇਗੇ ਸੇਫ ਨੇਗੇ। ਜਿਸ ਦੀ ਆਪਣੀ ਬਲੌਕਚੇਨ ਆ ਉਹ ਕੋਇਨ ਹੁੰਦਾ ਜੋ ਕਿਸੇ ਦੂਸਰੇ ਅਦਰ ਦੀ ਬਲੌਕਚੇਨ ਦੇ ਉੱਪਰ ਇੱਕ ਰੈਂਟ ਪੇ ਕਰਕੇ ਰਨ ਕਰ ਰਿਹਾ ਹੁੰਦਾ, ਚੱਲ ਰਿਹਾ ਹੁੰਦਾ ਗਾ। ਜਿਸ ਤਰ੍ਹਾਂ ਇੱਕ ਦੁਕਾਨਦਾਰ ਆ ਕਿਰਾਏ ਤੇ ਲੈ ਕੇ ਆਪਣਾ ਕੰਮ ਚਲਾ ਰਿਹਾ ਗਾ, ਤਾਂ ਉਸ ਤਰੀਕੇ ਨਾਲ ਆਪਾਂ ਉਸ ਨਜ਼ਰੀਏ ਨਾਲ ਇਸ ਚੀਜ਼ ਨੂੰ ਦੇਖ ਸਕਦੇ ਹਾਂਗੇ। ਤਾਂ ਉਹ ਇੱਕ ਟੋਕਨ ਹੁੰਦਾ ਗਾ, ਜਿਸ ਕੋਲੇ ਆਪਣੀ ਮਾਲਕੀਅਤ ਹੋਵੇ, ਆਪਣਾ ਹੀ ਸਾਰਾ ਸਭ ਕੁਝ ਹੁੰਦਾ ਗਾ, ਉਹ ਕੋਇਨ ਹੁੰਦਾ ਗਾ। ਮਤਲਬ ਫਿਰ ਦਰਸ਼ਕਾਂ ਨੂੰ ਜੋ ਇਨਵੈਸਟਮੈਂਟ ਆ ਉਹ ਟੋਕਨ 'ਚ ਜ਼ਿਆਦਾ ਕਰਨੀ ਚਾਹੀਦੀ ਆ ਜਾਂ ਕੋਇਨ ਦੇ ਵਿੱਚ ਕਰਨੀ ਚਾਹੀਦੀ ਹੈ? ਦੋਸਤੋ ਇੱਥੇ 50-50 ਹੈਗਾ। ਟੋਕਨ ਵੀ ਗਲਤ ਨਹੀਂ ਹੁੰਦੇ, ਟੋਕਨ ਮਾੜੇ ਨਹੀਂ ਹੁੰਦੇ, ਪਰ ਆਪਣੀ ਰਿਸਰਚ ਆ ਜਿਹੜੀ ਅੱਛੇ ਤਰੀਕੇ ਨਾਲ ਕਰਕੇ ਹੀ ਟੋਕਨਾਂ ਦੇ ਉੱਪਰ ਇਨਵੈਸਟਮੈਂਟ ਕਰਨੀ ਚਾਹੀਦੀ ਹੈਗੀ। ਪਰ ਸਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਜੇਕਰ ਅਸੀਂ ਜਿੰਨਾ ਸਾਡਾ ਐਕਸਪੀਰੀਅੰਸ ਰਿਹਾ ਹੁਣ ਤੱਕ ਕ੍ਰਿਪਟੋ ਦੇ ਵਿੱਚ, ਜ਼ਿਆਦਾਤਰ ਜੇਕਰ ਆਪਾਂ ਇਨਵੈਸਟਮੈਂਟ ਕਰਦੇ ਹਾਂ ਤਾਂ ਆਪਾਂ ਨੂੰ ਹਮੇਸ਼ਾ ਕੋਇਨ ਦੇ ਵਿੱਚ ਹੀ ਜਾਣਾ ਚਾਹੀਦਾ। ਮਤਲਬ ਉਹ ਜ਼ਿਆਦਾ ਸੇਫ ਸਾਈਡ ਹੈਗੀ ਆ। ਜੇ ਆਪਾਂ ਕੋਇਨ ਦੇ ਵਿੱਚ ਕਰਦੇ ਹਾਂ ਤੁਸੀਂ ਜ਼ਿਆਦਾ ਸੇਫ ਹੋ ਐਜ਼ ਕੰਪੇਅਰ ਟੂ ਟੋਕਨ। ਸਵਾਲ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਬਲੌਕਚੇਨ ਹੁੰਦੀ ਆ ਤੇ ਇਹਦੇ ਵਿੱਚ ਜਿਹੜਾ ਤੁਸੀਂ ਦੱਸਿਆ ਵੀ ਕਿ ਬਹੁਤ ਸਾਰੇ ਕੰਪਿਊਟਰ ਨਾਲ ਜੁੜਿਆ ਹੁੰਦਾ ਗਾ ਜੀ, ਤੇ ਉਹ ਬਹੁਤ ਸਾਰੇ ਕੰਪਿਊਟਰ ਨੂੰ ਕੰਟਰੋਲ ਕੌਣ ਕਰਦਾ? ਜਿਵੇਂ ਮੰਨ ਲਓ ਫਾਰ ਐਗਜ਼ਾਮਪਲ ਮੈਂ ਕੋਈ ਇਹਦੇ ਵਿੱਚ ਇਨਵੈਸਟਮੈਂਟ ਕਰਦਾ ਤਾਂ ਮੈਂ ਆਪਣਾ ਡਾਟਾ
ਜੋ ਵੀ ਹੈਗਾ ਮੇਰੇ ਨਾਲ ਰਿਲੇਟਡ ਇਨਵੈਸਟਮੈਂਟ ਦਾ, ਮੈਂ ਉਹ ਕਿਵੇਂ ਚੈੱਕ ਕਰ ਸਕਦਾ, ਕੀ ਕਰ ਸਕਦਾ? ਜੇ ਉਹ ਆਪਾਂ ਸਾਦੇ ਸ਼ਬਦਾਂ ਵਿੱਚ ਦੱਸਣਾ ਹੋਵੇ ਤਾਂ ਕਿਵੇਂ ਦੱਸਾਂਗੇ? ਦੋਸਤੋ, ਬਲੌਕਚੇਨ ਦੇ ਉੱਪਰ ਮੰਨ ਲਓ, ਜੋ ਬਲੌਕਚੇਨ ਹੈ ਇਹ ਇੱਕ ਪੀਅਰ ਟੂ ਪੀਅਰ ਨੈਟਵਰਕ ਹੈ। ਇਸ ਦੇ ਵਿੱਚ ਜਿੰਨਾ ਵੀ ਡਾਟਾ ਹੁੰਦਾ ਗਾ, ਸੇਵ ਹੁੰਦਾ ਗਾ, ਉਹ ਇੱਕ ਕੰਪਿਊਟਰ ਦੇ ਉੱਪਰ ਨਹੀਂ ਹੁੰਦਾ ਹੈਗਾ। ਇਹਨਾਂ ਦੀ ਤਾਦਾਦ ਹੁੰਦੀ ਹੈਗੀ ਜਿਹੜੀ ਸਮੇਂ-ਸਮੇਂ 'ਤੇ ਵੱਧਦੀ ਘਟਦੀ ਰਹਿੰਦੀ ਹੈਗੀ, ਲੱਖਾਂ ਦੇ ਵਿੱਚ ਵੀ ਜਾਂਦੀ ਹੈ ਅਤੇ ਹਜ਼ਾਰਾਂ ਦੇ ਵਿੱਚ ਵੀ ਜਾਂਦੀ ਹੈ। ਅਤੇ ਮੰਨ ਲਓ ਅੱਜ ਦੀ ਡੇਟ ਦੇ ਵਿੱਚ ਇੱਕ ਉਹਨਾਂ ਦੇ ਵਿੱਚੋਂ ਕੰਪਿਊਟਰ ਐਗਜ਼ਾਮਪਲ ਲਈ ਆਪਾਂ ਕੰਪਿਊਟਰ ਬੋਲ ਸਕਦੇ ਹਾਂਗੇ, ਉਹ ਖਰਾਬ ਹੋ ਜਾਂਦਾ ਗਾ, ਤਾਂ ਇਹ ਨਹੀਂ ਹੈ ਕਿ ਆਪਣਾ ਡਾਟਾ ਗਾ ਜਿਹੜਾ ਕਿਸੇ ਪਾਸੇ ਕਰੈਸ਼ ਹੋ ਜਾਏਗਾ ਜਾਂ ਡਿਲੀਟ ਹੋ ਜਾਏਗਾ, ਇੱਦਾਂ ਦੀ ਗੱਲ ਨਹੀਂ ਹੈਗੀ। ਉਹ ਅਦਰ ਕੰਪਿਊਟਰ ਦੇ ਉੱਪਰ ਵੀ ਸੇਵ ਪਿਆ ਹੁੰਦਾ। ਜੇਕਰ ਤੁਸੀਂ ਆਪਣਾ ਡਾਟਾ ਚੈੱਕ ਕਰਨਾ ਚਾਹੁੰਦੇ ਹੋ, ਜਿਸ ਤਰ੍ਹਾਂ ਤੁਸੀਂ ਮੰਨ ਲਓ ਕੋਈ ਵੀ ਕ੍ਰਿਪਟੋ ਦੀ ਟ੍ਰਾਂਜੈਕਸ਼ਨ ਕਰ ਲੈਂਦੇ ਹੋ, ਠੀਕ ਹੈ ਜੀ, ਤਾਂ ਉਸ ਟ੍ਰਾਂਜੈਕਸ਼ਨ ਨੂੰ ਤੁਸੀਂ ਕੰਪਿਊਟਰ ਦੇ ਉੱਪਰ ਜਾਂ ਆਪਣੇ ਮੋਬਾਈਲ ਦੇ ਥਰੂ ਵੀ ਜਿਸ ਬਲੌਕਚੇਨ ਦੇ ਰਾਹੀਂ ਤੁਸੀਂ ਟ੍ਰਾਂਜੈਕਸ਼ਨ ਕਰੀ ਹੈਗੀ ਉਸ ਨੂੰ ਤੁਸੀਂ ਦੇਖ ਸਕਦੇ ਹੋ। ਉਸ ਨੂੰ ਤੁਸੀਂ ਹੀ ਨਹੀਂ, ਕੋਈ ਵੀ ਅਦਰ ਪਰਸਨ ਹੈਗਾ ਜੋ ਦੇਖ ਸਕਦਾ, ਕਿਉਂਕਿ ਬਲੌਕਚੇਨ ਦੇ ਉੱਪਰ ਜਿੰਨਾ ਵੀ ਡਾਟਾ ਹੁੰਦਾ ਗਾ ਸਾਰੇ ਦਾ ਸਾਰਾ ਟਰਾਂਸਪੇਰੈਂਟ ਹੁੰਦਾ। ਬਲੌਕਚੇਨ ਅੱਜ ਦੀ ਡੇਟ ਦੇ ਵਿੱਚ ਬੇਸ਼ੱਕ ਜ਼ਿਆਦਾਤਰ ਕ੍ਰਿਪਟੋ ਕਰੰਸੀ ਦੇ ਲਈ ਹੀ ਯੂਜ਼ ਕੀਤੀ ਜਾ ਰਹੀ ਹੈਗੀ, ਪਰ ਦੋਸਤੋ ਇਹ ਇੱਕ ਇੰਟਰਨੈਟ ਦਾ ਨੈਕਸਟ ਵਰਜ਼ਨ ਹੈਗਾ, ਆਉਣ ਵਾਲਾ ਇੱਕ ਆਪਣਾ ਭਵਿੱਖ ਹੈਗਾ, ਫਿਊਚਰ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਾਂਗੇ ਕਿ ਹੌਸਪੀਟਲ ਦੇ ਵਿੱਚ ਜਾਂ ਅਦਰ ਜਿੱਥੇ ਅੱਜ ਆਪਾਂ ਲੈਪਟਾਪ ਕੰਪਿਊਟਰ ਯੂਜ਼ ਕਰ ਰਹੇ ਹਾਂ, ਹਰ ਇੱਕ ਜਗ੍ਹਾ ਦੇ ਵਿੱਚ ਜੋ ਟੈਕਨੋਲੋਜੀ ਹੋਏਗੀ ਬਲੌਕਚੇਨ ਦੇ ਥਰੂ ਹੀ ਸਾਰਾ ਜੋ ਕੰਮ ਆਗਾ ਕਰਤਾ ਧਰਤਾ ਸਭ ਕੁਝ ਬਲੌਕਚੇਨ ਕਰੇਗੀ, ਕਿਉਂਕਿ ਉੱਥੇ ਡਾਟਾ ਜ਼ਿਆਦਾ ਸੇਫ ਤੇ ਸਿਕਿਉਰ ਹੈਗਾ ਐਜ਼ ਏ ਇੰਟਰਨੈਟ। ਪਰ ਇੱਥੇ ਸੇਫਟੀ ਸਿਕਿਉਰਿਟੀ ਕੀ ਆ, ਇਹਦੇ ਲਈ ਐਕਸਪਰਟ ਕੋਲੇ ਮੈਂ ਫਿਰ ਚੱਲਿਆ। ਇਹਨਾਂ ਨੂੰ ਪੁੱਛਦੇ ਆ ਵੀ ਮੇਰਾ ਡਾਟਾ ਕਿੰਨੇ ਕੁ ਸੇਫ ਹੈਗਾ, ਤੇ ਜਿਵੇਂ ਇਹਨਾਂ ਨੇ ਕਿਹਾ ਵੀ ਦੂਜਿਆਂ ਨੂੰ ਪਤਾ ਲੱਗ ਜਾਂਦਾ, ਇਟ ਮੀਨਜ਼ ਉਹਨਾਂ ਨੂੰ ਇਹ ਵੀ ਪਤਾ ਲੱਗ ਜਾਊਗੀ ਮੇਰੇ ਪੈਸੇ ਕਿੰਨੇ ਪਏ ਨੇ ਉੱਥੇ। ਇਹ ਇੱਕ ਬਹੁਤ ਜ਼ਰੂਰੀ ਸਵਾਲ ਹੈਗਾ, ਤੇ ਉਹਦੀ ਸੇਫਟੀ ਕਿੱਥੇ ਹੈਗੀ, ਇਹ ਸਵਾਲ ਪੁੱਛਦੇ ਆ। ਸਰ ਦੇਖੋ, ਜੇਕਰ ਇਸ ਨੂੰ ਆਪਾਂ ਟੈਕਨੀਕਲੀ ਸਮਝੀਏ ਤਾਂ ਇਹਦੇ ਵਿੱਚ ਆਪਾਂ ਨੂੰ ਸੇਫਟੀ ਜੋ ਸਿਕਿਉਰਿਟੀ ਹੈਗੀ ਬਹੁਤ ਵਧੀਆ ਤਰੀਕੇ ਨਾਲ ਪਤਾ ਲੱਗ ਜਾਏਗੀ। ਤੁਸੀਂ ਬਲੌਕਚੇਨ ਹੈਗੀ ਜਿਹੜੀ ਖੋਲ ਕੇ ਦੇਖ ਸਕਦੇ ਹੋਗੇ, ਜਿਸ ਤਰ੍ਹਾਂ ਬਿਟਕੋਇਨ ਦੀ ਆ, bitcoinscan.com ਕਰਕੇ ਜਦੋਂ ਤੁਸੀਂ ਸਰਚ ਕਰੋਗੇ ਤਾਂ ਉਸਦੇ ਐਕਸਪਲੋਰਰ ਉੱਪਰ ਵਿਜ਼ਿਟ ਕਰੋਗੇ, ਤੁਸੀਂ ਦੇਖ ਸਕਦੇ ਹੋਗੇ। ਦੋਸਤੋ, ਇਹ ਨਹੀਂ ਹੈ ਕਿ ਆਪਣੀ ਜੋ ਸਿਕਿਉਰਿਟੀ ਹੈਗੀ ਮਤਲਬ ਕਿ ਆਪਣਾ ਜੋ ਡਾਟਾ ਗਾ ਕੋਈ ਆਪਣਾ ਰੀਡ ਕਰ ਸਕਦਾ ਗਾ, ਪੜ੍ਹ ਸਕਦਾ, ਇੱਦਾਂ ਦੀ ਕੋਈ ਗੱਲਬਾਤ ਨਹੀਂ। ਇਸ ਦੇ ਵਿੱਚ ਕੀ ਹੈਗਾ, ਜਿਸ ਤਰ੍ਹਾਂ ਹਰ ਇੱਕ ਪਰਸਨ ਦਾ ਆਪਣਾ ਆਪਣਾ ਮੋਬਾਈਲ ਨੰਬਰ ਹੁੰਦਾ ਗਾ, ਠੀਕ ਹੈ ਜੀ, ਉਸੇ ਤਰ੍ਹਾਂ ਬਲੌਕਚੇਨ ਟੈਕਨੋਲੋਜੀ ਹੈ ਜੋ ਕੋਡਡ ਹੁੰਦੀ ਹੈਗੀ। ਜਿਸ ਤਰ੍ਹਾਂ ਮੰਨ ਲਓ ਆਪਾਂ ਕੋਈ ਟ੍ਰਾਂਜੈਕਸ਼ਨ ਕਰਦੇ ਹਾਂ, ਟ੍ਰਾਂਜੈਕਸ਼ਨ ਕਰਨ ਦੇ ਜਿਸ ਤਰ੍ਹਾਂ ਬੈਂਕ ਦੀ ਇੱਕ ਆਈਡੀ ਬਣਦੀ ਹੁੰਦੀ ਹੈ, ਟ੍ਰਾਂਜੈਕਸ਼ਨ ਆਈਡੀ ਕਿਹਾ ਜਾਂਦਾ ਜਿਸ ਨੂੰ, ਇਸ ਦੇ ਵਿੱਚ ਟ੍ਰਾਂਜੈਕਸ਼ਨ ਹੈਸ਼ ਜਨਰੇਟ ਹੁੰਦਾ। ਉਹ ਜੋ ਟ੍ਰਾਂਜੈਕਸ਼ਨ ਕਰੀਏ ਉਹ ਆਪਾਂ ਨੂੰ ਪਤਾ ਹੁੰਦੀ ਆ, ਹੁੰਦਾ ਕੰਮ ਸਾਰਾ ਟਰਾਂਸਪੇਰੈਂਟ ਹੈਗਾ ਕਿ ਇਸ ਦੇ ਵਿੱਚ ਕੋਈ ਹੇਰ ਫੇਰ ਹੈਗੀ ਜਿਹੜੀ ਕੋਈ ਨਹੀਂ ਹੋ ਸਕਦੀ, ਇਸੇ ਕਰਕੇ ਜੋ ਟਰਾਂਸਪੇਰੈਂਟ ਹੁੰਦਾ ਹੈਗਾ ਕੰਮ, ਠੀਕ ਹੈ ਜੀ। ਪਰ ਉਹ ਹੈਸ਼ ਹੋਏਗੀ ਉਹ ਸਿਰਫ ਔਰ ਸਿਰਫ ਤੁਹਾਨੂੰ ਪਤਾ ਕਿ ਇਹ ਤੁਹਾਡੀ ਟ੍ਰਾਂਜੈਕਸ਼ਨ ਦੀ ਹੈ, ਅਦਰ ਪਰਸਨ ਨੂੰ ਕਿਸੇ ਨੂੰ ਨਹੀਂ ਪਤਾ ਹੈਗਾ। ਰਹੀ ਗੱਲ ਇਸ ਦੇ ਵਿੱਚ ਸਿਕਿਉਰਿਟੀ ਦੀ, ਦੋਸਤੋ ਬਲੌਕਚੇਨ ਦੇ ਵਿੱਚ ਐਡੀਟਿੰਗ ਤੇ ਡਿਲੀਟਿੰਗ ਦੀ ਆਪਸ਼ਨ ਨਹੀਂ ਹੈਗੀ। ਕੋਈ ਵੀ ਜੋ ਡਿਟੇਲ ਉਸ ਦੇ ਵਿੱਚ ਪ੍ਰੋਗਰਾਮਿੰਗ ਜਦੋਂ ਇੱਕ ਵਾਰ ਹੋ ਜਾਂਦੀ ਆ ਉਸ ਦੇ ਵਿੱਚ ਆਪਾਂ ਐਡੀਟਿੰਗ ਜਾਂ ਡਿਲੀਟ ਨਹੀਂ ਕਰ ਸਕਦੇ। ਮੰਨ ਲਓ ਤੁਸੀਂ ਕੋਈ ਵੀ ਪ੍ਰੋਗਰਾਮਿੰਗ ਕਰ ਦਿੰਦੇ ਹੋਗੇ, ਤੁਸੀਂ ਵੀ ਉਸ ਦੇ ਵਿੱਚ ਦੁਬਾਰਾ ਤੋਂ ਹਸਤਕਸ਼ੇਪ ਨਹੀਂ ਕਰ ਸਕਦੇ ਹੈਗੇ ਜਦੋਂ ਇੱਕ ਵਾਰੀ ਕੋਈ ਪ੍ਰੋਗਰਾਮਿੰਗ ਕਰਕੇ ਸਬਮਿਟ ਕਰ ਦਿੰਦੇ ਹੋ। ਡਿਜੀਟਲ ਕਰੰਸੀ ਦੀ ਆਪਾਂ ਗੱਲ ਕਰ ਰਹੇ ਹਾਂ, ਕੀ ਕ੍ਰਿਪਟੋ ਕਰੰਸੀ ਨੂੰ ਭਾਰਤ ਸਰਕਾਰ ਵੱਲੋਂ ਮਾਨਤਾ ਹੈ ਕਿ ਇਸ ਕਰੰਸੀ ਦੀ ਵਰਤੋਂ ਕਰਕੇ ਆਪਾਂ ਕਿਸੇ ਤਰ੍ਹਾਂ ਦੀ ਟ੍ਰਾਂਜੈਕਸ਼ਨ ਕਰ ਸਕਦੇ ਹਾਂ, ਕੋਈ ਸੰਪत्ति ਖਰੀਦ ਸਕਦੇ ਹਾਂ, ਜਾਂ ਕਿੱਥੇ ਤੱਕ ਇਹਨੂੰ ਮਾਨਤਾ ਮਿਲੀ ਹੋਈ ਆ ਤੇ ਕਿੱਥੇ ਤੱਕ ਇਹਨੂੰ ਹੋਰ ਮਾਨਤਾ ਅੱਗੇ ਆਉਣ ਵਾਲੇ ਸਮੇਂ 'ਚ ਮਿਲਣ ਦੀ ਉਮੀਦ ਹੈ? ਦੇਖੋ ਜੀ, ਜੋ ਇਹ ਸਵਾਲ ਹੈ ਇਸ ਦਾ ਜੋ ਆਨਸਰ ਹੈ ਸਹੀ ਮੈਨੂੰ ਕ੍ਰਿਪਟੋ ਕਰੰਸੀ ਪਹਿਲਾਂ ਆਪਾਂ ਨੂੰ ਦੇਖਣਾ ਪਏਗਾ ਹੈ ਕੀ ਚੀਜ਼। ਕ੍ਰਿਪਟੋ ਕਰੰਸੀ ਦੋਸਤੋ ਇੱਕ ਡਿਜੀਟਲ ਐਸੈਟ ਹੈ। ਇਸ ਨੂੰ ਆਪਣੇ ਇੰਡੀਅਨ ਗਵਰਨਮੈਂਟ ਨੇ 2022 ਦਾ ਜੋ ਬਜਟ ਆਗਾ ਉਸ ਦੇ ਵਿੱਚ ਦੇਖ ਸਕਦੇ ਐਸੈਟ ਕਲਾਸ ਦੇ ਵਿੱਚ ਰੱਖਿਆ ਹੋਇਆ ਗਾ। ਜੇਕਰ ਰਹੀ ਗੱਲ ਇਸ ਨੂੰ ਲੀਗਲਾਈਜ਼ ਕਰਨ ਦੀ, ਲੀਗਲ ਹੈ ਜਾਂ ਇਨਲੀਗਲ ਹੈ, ਦੋਸਤੋ ਕ੍ਰਿਪਟੋ ਕਰੰਸੀ ਹੈ ਜੋ ਇੱਕ ਇਸ ਦਾ ਜੋ ਨੇਚਰ ਹੈ ਉਹ ਡੀਸੈਂਟਰਲਾਈਜ਼ ਹੈ, ਠੀਕ ਹੈ ਜੀ। ਇਸ ਨੂੰ ਕੋਈ ਵੀ ਕਿਸੇ ਵੀ ਦੇਸ਼ ਦੀ ਜੋ ਗਵਰਨਮੈਂਟ ਆ ਉਹ ਬੈਨ ਨਹੀਂ ਕਰ ਸਕਦੀ ਹੈਗੀ। ਔਨ ਦਾ ਪੇਪਰ ਤਾਂ ਕਰ ਸਕਦੀ ਆ ਪਰ ਇਸ ਨੂੰ ਰੋਕਿਆ ਨਹੀਂ ਜਾ ਸਕਦਾ ਹੈਗਾ, ਬਿਕੋਜ਼ ਇਸ ਦਾ ਜੋ ਨੇਚਰ ਹੈਗਾ ਉਹ ਡੀਸੈਂਟਰ। ਇੱਕ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਿਓ ਕਿ ਜੋ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾ ਮੰਗ ਦੇ ਵਿੱਚ ਚੱਲਦੇ ਨੇ, ਜਿਨ੍ਹਾਂ ਦੀ ਡਿਮਾਂਡ ਜ਼ਿਆਦਾ ਹੈ, ਤਾਂ ਉਹ ਜਿਹੜੇ ਕ੍ਰਿਪਟੋ ਦੇ ਕਿਹੜੇ-ਕਿਹੜੇ ਰੂਪ ਨੇ, ਕਿਹੜੇ-ਕਿਹੜੇ ਕੁਆਇਨਸ ਨੇ ਜਾਂ ਕਿਹੜੇ-ਕਿਹੜੇ ਟੋਕਨਸ ਨੇ ਜਿਹੜੇ ਅੱਜ ਜ਼ਿਆਦਾ ਚਰਚਾ ਚੱਲ ਰਹੇ ਨੇ, ਪੂਰੇ ਵਰਲਡ ਦੇ ਵਿੱਚ ਹੀ ਚੱਲ ਰਹੇ ਨੇ, ਤੇ ਉਹਨਾਂ ਦੇ ਦੱਸਿਓ। ਦੋਸਤੋ ਵੈਸੇ ਕ੍ਰਿਪਟੋ ਦੇ ਵਿੱਚ ਬਹੁਤ ਸਾਰੇ ਕੁਆਇਨ ਨੇਗੇ ਜਿਨ੍ਹਾਂ ਦੀ ਡਿਮਾਂਡ ਹੈਗੀ, ਪਰ ਜੇਕਰ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂ ਜਿਸ ਦੇ ਵਿੱਚ ਮੈਂ ਆਪਣਾ ਅੱਜ ਫੁੱਲ ਟਾਈਮ ਦੇ ਰਿਹਾ ਗਾ,
ਉਹ ਪ੍ਰੋਜੈਕਟ ਹੈ ਦੋਸਤੋ ਮਿੱਥਰ ਦਾ। ਉਸ ਦਾ ਜੋ ਆਪਣਾ ਕੋਇਨ ਹੈ ਐਮ ਕੋਇਨ ਹੈ, ਉਸ ਦੀ ਜੋ ਕ੍ਰਿਪਟੋ ਐਸੈਟ ਆ ਉਹ ਐਮ ਕੋਇਨ ਹੈਗਾ। ਉਸ ਦੇ ਵਿੱਚ ਹੀ ਅਸੀਂ ਉਸੇ ਦੀ ਪ੍ਰਮੋਸ਼ਨ ਕਰਦੇ ਹਾਂ ਜ਼ਿਆਦਾਤਰ। ਉਸ ਦੇ ਥਰੂ ਹੀ ਸਾਨੂੰ ਜੇ ਇਹ ਜੋ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂਗੇ ਉਸੇ ਦੇ ਥਰੂ ਹੀ ਇਹ ਸਾਡੇ ਕੋਲ ਪਹੁੰਚੀ ਹੈਗੀ। ਮਤਲਬ ਕਿ ਉਹ ਜੋ ਪ੍ਰੋਜੈਕਟ ਹੈਗਾ ਇੱਕ ਸਟੱਡੀ ਵੀ ਕਰਵਾਉਂਦਾ ਹੈਗਾ ਕ੍ਰਿਪਟੋ ਦੇ ਉੱਪਰ, ਠੀਕ ਹੈ ਜੀ। ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਪੂਰਾ ਦਾ ਪੂਰਾ ਕ੍ਰਿਪਟੋ ਕਰੰਸੀ ਬਾਰੇ ਦੱਸਿਆ ਹੈਗਾ, ਸਮਝਾਉਂਦੇ ਆ। ਡੇਲੀ ਕਾਲਿੰਗ ਹੁੰਦੀ ਹੈਗੀ ਜ਼ੂਮ ਕਾਲ ਦੇ ਉੱਪਰ, ਜ਼ੂਮ ਮੀਟਿੰਗ ਦੇ ਉੱਪਰ, ਜੋ ਆਪਾਂ ਦੇਖਦੇ ਹਾਂਗੇ ਐਪ ਆ ਗਈ ਇੱਕ ਜ਼ੂਮ, ਉਸ ਦੇ ਉੱਪਰ ਮੀਟਿੰਗਾਂ ਹੁੰਦੀਆਂ ਨੇ। ਉੱਥੋਂ ਇਹ ਸਾਰੀ ਇਨਫੋਰਮੇਸ਼ਨ ਆ ਗਈ ਜਿਹੜੀ ਆਪਾਂ ਲੈ ਸਕਦੇ ਹਾਂਗੇ, ਬੜੀ ਈਜ਼ੀਲੀ ਆਪਾਂ ਨੂੰ ਮਿਲ ਜਾਂਦੀ ਹੈਗੀ। ਉਸ ਦੀ ਜੇਕਰ ਆਪਾਂ ਗਰੋਥ ਦੀ ਗੱਲ ਕਰੀਏ ਦੋਸਤੋ, ਅੱਜ ਉਸ ਦੀ ਜੋ ਕੀਮਤ ਆ ਗਈ ਲਗਭਗ 85% ਤੇ ਜਾ ਚੁੱਕਿਆ ਹੈਗਾ। ਇੰਡੀਅਨ ਰੁਪੀਜ਼ ਦੇ ਵਿੱਚ ਗੱਲ ਕਰੀਏ ਤਾਂ 4 ਰੁਪਏ ਤੋਂ ਲੈ ਕੇ ਅੱਜ ਲਗਭਗ 68 ਤੋਂ 70 ਰੁਪਏ ਤੱਕ ਉਹ ਜਾ ਚੁੱਕੇ ਹੈਗਾ। ਵਿਦ ਨੂੰ ਮਤਲਬ ਕਿ 20 ਮੰਥ 20 ਮਹੀਨੇ ਹੋਏ ਨੇ, ਹਜੇ 20 ਮਹੀਨਿਆਂ ਦੇ ਵਿੱਚ ਬਹੁਤ ਅੱਛਾ ਉਸਨੇ ਆਊਟਪੁੱਟ ਤੇ ਗਰੋਥ ਦਿੱਤੀ ਹੈਗੀ। ਜੇਕਰ ਉਸ ਪ੍ਰੋਜੈਕਟ ਦੀ ਗੱਲ ਕਰੀਏ ਉਸ ਦੇ ਵਿੱਚ ਕੀ ਖਾਸੀਅਤਾਂ ਨੇਗੀਆਂ, ਉਸ ਕੋਲੇ ਆਪਣੀ ਸੈਲਫ ਬਲੌਕਚੇਨ ਹੈਗੀ। ਇਸ ਤੋਂ ਬਾਅਦ ਕ੍ਰਿਪਟੋ ਦੇ ਫਿਊਚਰ ਦੇ ਲਈ ਜੋ ਸਰਵਿਸਿਜ਼ ਚਾਹੀਦੀਆਂ ਨੇ ਆਲਰੇਡੀ ਉਹ ਪ੍ਰੋਵਾਈਡ ਕਰ ਰਹੇ ਨੇਗੇ ਤੇ ਆਨ ਨੇਗੇ, ਜਿਨ੍ਹਾਂ ਨੂੰ ਆਪਾਂ ਵੈਬਸਾਈਟਾਂ ਦੇ ਉੱਪਰ ਜਾ ਕੇ ਵਿਜ਼ਿਟ ਕਰਕੇ ਸਰਚ ਕਰਕੇ ਦੇਖ ਸਕਦੇ ਹਾਂਗੇ। ਲਾਈਵ ਨੇਗੀਆਂ ਤੇ ਉੱਥੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂਗੇ ਕਿ ਇਸ ਦਾ ਜੋ ਫਿਊਚਰ ਹੈਗਾ ਕਿੰਨਾ ਕੁ ਜ਼ਿਆਦਾ ਬ੍ਰਾਈਟ ਹੋ ਸਕਦਾ ਹੈਗਾ। ਕਿਉਂਕਿ ਆਉਣ ਵਾਲਾ ਸਮਾਂ ਗਾ ਜੋ ਮੈਟਾਵਰਸ ਦਾ ਕ੍ਰਿਪਟੋ ਕਰੰਸੀ ਦਾ ਗਾ, ਉਸ ਦੇ ਰਿਲੇਟਡ ਹੀ ਜੋ ਪ੍ਰੋਜੈਕਟ ਸਰਵਿਸ ਪ੍ਰੋਵਾਈਡ ਕਰਵਾਉਣਗੇ ਉਹਨਾਂ ਦੀ ਜੋ ਗਰੋਥ ਹੋਣੀ ਪੋਸੀਬਲ ਆ, 100% ਪੋਸੀਬਲ ਹੈ ਜੀ। ਜੋ ਜਿੰਨੇ ਕੁਆਇਨ ਨੇ ਜਾਂ ਟੋਕਨ ਨੇ ਜਿੰਨੇ ਚੱਲ ਰਹੇ ਨੇ, ਜਿੰਨੇ ਚੇਨ ਬਲੌਕ ਚੱਲਦੇ ਨੇ, ਉਹ ਇੱਕ ਜਗ੍ਹਾ ਤੋਂ ਹੀ ਚੱਲ ਰਹੇ ਨੇ ਜਾਂ ਉਹ ਅਲੱਗ-ਅਲੱਗ ਬੰਦੇ ਹੁੰਦੇ ਆ ਜੋ ਇਹਨੂੰ ਚਲਾ ਰਹੇ ਨੇ? ਨਹੀਂ ਜੀ, ਇਸ ਨੂੰ ਚਲਾ ਦੇਖੋ ਬਲੌਕਚੇਨ ਟੈਕਨੋਲੋਜੀ ਰਹੀ ਹੈ। ਜੇਕਰ ਆਪਾਂ ਗੱਲ ਕਰੀਏ ਇਸ ਦੇ ਫਾਊਂਡਰਾਂ ਦੀ ਜਿਨ੍ਹਾਂ ਨੇ ਕੋਇਨਾਂ ਨੂੰ ਬਣਾਇਆ, ਉਹ ਦੇਖੋ ਜੀ ਅਲੱਗ-ਅਲੱਗ ਹੁੰਦੇ ਨੇਗੇ। ਜਿਸ ਤਰ੍ਹਾਂ ਬਿਟਕੋਇਨ ਹੈਗਾ ਸਤੋਸ਼ੀ ਨਾਕਾਮੋਟੋ ਜੀ ਨੇ ਬਣਾਇਆ। ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਲੋਕ ਐਕਸਚੇਂਜ ਯੂਜ਼ ਕਰ ਰਹੇ ਨੇਗੇ, ਵਰਲਡ ਦੀ ਨੰਬਰ 1 ਐਕਸਚੇਂਜ ਆ ਗਈ ਬਨਾਂਸ ਆ ਗਈ। ਉਸ ਦੇ ਫਾਊਂਡਰ ਨੇਗੇ CZ ਜੀ ਨੇਗੇ, ਉਹ ਚਾਈਨਾ ਤੋਂ ਨੇਗੇ। ਤੇ ਜੋ ਆਪਣੇ ਬਿਟਕੋਇਨ ਦੇ ਫਾਊਂਡਰ ਨੇ ਉਹ ਜਾਪਾਨ ਤੋਂ ਨੇਗੇ ਜੀ। ਇਹ ਅਲੱਗ-ਅਲੱਗ ਪਰਸਨਾਂ ਦੁਆਰਾ ਜੋ ਬਣਾਏ ਜਾਂਦੇ ਨੇ, ਪਰ ਇਸ ਨੂੰ ਆਪਰੇਟ ਕਰਦੀ ਜੀ ਬਲੌਕਚੇਨ ਟੈਕਨੋਲੋਜੀ। ਇੱਥੇ ਆਪਾਂ ਇਹ ਚੀਜ਼ ਨਹੀਂ ਕਹਿ ਸਕਦੇ ਕਿ ਜੋ ਆਪਾਂ ਇਨਵੈਸਟਮੈਂਟ ਕਰ ਰਹੇ ਹਾਂਗੇ ਉਹ ਕਿਸੇ ਪਰਸਨ ਦੇ ਹੱਥ ਦੇ ਵਿੱਚ ਜਾ ਰਹੀ ਹੈ, ਨਹੀਂ, ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਜੇਕਰ ਆਪਾਂ ਮਾਈਨਿੰਗ ਦਾ ਪ੍ਰੋਪਰ ਪ੍ਰੋਸੈਸ ਸਮਝਾਂਗੇ ਤਾਂ ਆਪਾਂ ਇਸ ਚੀਜ਼ ਨੂੰ ਵਧੀਆ ਤਰੀਕੇ ਨਾਲ ਅੰਡਰਸਟੈਂਡ ਕਰ ਰਹੇ ਹੋਵਾਂਗੇ ਕਿ ਆਪਣਾ ਪੈਸਾ ਜਿਹੜਾ ਅਸਲ ਦੇ ਵਿੱਚ ਜਾ ਕਿੱਥੇ ਰਿਹਾ ਹੈਗਾ, ਕਿਵੇਂ ਲੱਗ ਰਿਹਾ। ਦੋਸਤੋ ਆਪਾਂ ਇੱਕ ਸਧਾਰਨ ਜਿਹੀ ਐਗਜ਼ਾਮਪਲ ਲੈਂਦੇ ਹਾਂ। ਮੰਨ ਲਓ ਆਪਾਂ ਗੋਲਡ ਖਰੀਦਦੇ ਹਾਂਗੇ, ਸੁਨਿਆਰ ਦੀ ਦੁਕਾਨ ਤੇ ਜਾ ਕੇ ਆਪਾਂ ਗੋਲਡ ਬਾਏ ਕਰਦੇ ਹਾਂ, ਠੀਕ ਹੈ ਜੀ। ਉੱਥੇ ਆਪਾਂ 10 ਗ੍ਰਾਮ ਜਾਂ 1 ਤੋਲਾ ਕਹਿ ਲਓ ਆਪਾਂ ਗੋਲਡ ਖਰੀਦਦੇ ਹਾਂਗੇ, ਕੀ ਆਪਣਾ ਪੈਸਾ ਕਿਸੇ ਪਾਸੇ ਚਲਾ ਜਾਂਦਾ ਜੀ? ਉਸੇ ਤਰ੍ਹਾਂ ਸੇਮ ਆਪਾਂ ਪੈਸੇ ਦੀ ਵੈਲਿਊ ਆ ਜਿਹੜੀ ਆਪਣੇ ਕੋਲੇ ਹੁੰਦੀ ਹੈਗੀ, ਠੀਕ ਹੈ ਜੀ। ਪੈਸੇ ਨੂੰ ਕਨਵਰਟ ਕਰਕੇ ਹੀ ਜੋ ਕੋਇਨਾਂ ਦੀ ਵੈਲਿਊ ਹੈਗੀ ਉਹ ਵੱਧਦੀ ਰਹਿੰਦੀ ਹੈ ਸਮੇਂ-ਸਮੇਂ ਤੇ। ਆਪਣਾ ਪੈਸਾ ਹੈਗਾ ਜਿਹੜਾ ਉਹ ਗਰੋਥ ਕਰਦਾ ਰਹਿੰਦਾ ਹੈ। ਅੱਛਾ, ਇੱਕ ਇਹਦੇ ਵਿੱਚ ਉਤਰਾਅ ਚੜਾਅ ਦੇਖੇ ਜਾਂਦੇ ਆ ਵੀ ਇੱਕੋ ਵਕਤ ਬਹੁਤ ਜ਼ਿਆਦਾ ਅਪ ਹੋ ਜਾਂਦਾ ਤੇ ਬਹੁਤ ਘਟ ਜਾਂਦਾ, ਤੇ ਉਹਦਾ ਆਮ ਜਿਹੜਾ ਇਨਵੈਸਟਰ ਆ ਉਹਨੂੰ ਕਿਵੇਂ ਪਤਾ ਲੱਗਦਾ? ਆਮ ਜੋ ਇਨਵੈਸਟਰ ਹੈਗਾ ਉਸ ਦਾ ਉਹ ਐਕਸਚੇਂਜਸ ਦੇ ਉੱਪਰ ਜਾ ਕੇ ਦੇਖ ਸਕਦਾ ਹੈਗਾ, ਡਾਇਰੈਕਟ ਗੂਗਲ ਦੇ ਉੱਪਰ ਜਾ ਕੇ ਵੀ ਸਰਚ ਕਰ ਸਕਦਾ ਕਿ ਅੱਜ ਦਾ ਜੋ ਪ੍ਰਾਈਜ਼ ਆ ਉਸ ਦਾ ਕੀ ਚੱਲ ਰਿਹਾ ਹੈਗਾ ਜੀ। ਇੱਕ ਮੈਂ ਤੁਹਾਨੂੰ ਸਵਾਲ ਪੁੱਟ ਕੀਤਾ ਸੀ ਕਿ ਇਹਦੇ 'ਚ ਉਤਰਾਅ ਚੜਾਅ ਬਹੁਤ ਹੁੰਦੇ ਨੇ, ਤੇ ਉਹ ਉਤਰਾਅ ਚੜਾਅ ਕਿਵੇਂ ਹੁੰਦੇ ਨੇਗੇ, ਉਹਦੇ ਬਾਰੇ ਜ਼ਰੂਰ ਦੱਸਿਓ ਵੀ ਉਹ ਉਤਰਾਅ ਚੜਾਅ ਦਾ ਕਿਵੇਂ ਪਤਾ ਲੱਗਦਾ ਆਪਾਂ ਨੂੰ? ਉਹ ਉਤਰਾਅ ਚੜਾਅ ਦਾ ਜੇਕਰ ਆਪਾਂ ਪਤਾ ਕਰਨਾ ਹੋਵੇ ਤਾਂ ਆਪਾਂ ਨੂੰ ਜੀ ਐਕਸਚੇਂਜ 'ਤੇ ਜਾਣਾ ਪਊਗਾ। ਉੱਥੇ ਹੀ ਉਸ ਦੇ ਉਤਰਾਅ ਚੜਾਅ ਦਾ ਜਿਹੜਾ ਪਤਾ ਲੱਗੂਗਾ। ਕਿਵੇਂ ਪਤਾ ਲੱਗਦਾ? ਕਿੰਨੇ ਲੋਕਾਂ ਨੇ ਇਸ ਨੂੰ ਵੇਚਿਆ, ਕਿੰਨੇ ਲੋਕਾਂ ਨੇ ਇਸ ਨੂੰ ਖਰੀਦਿਆ। ਜਦੋਂ ਕ੍ਰਿਪਟੋ ਦੇ ਵਿੱਚ ਜ਼ਿਆਦਾ ਸੇਲਿੰਗ ਹੁੰਦੀ ਆ ਜਾਂ ਪੈਨਿਕ ਸੇਲਿੰਗ ਹੁੰਦੀ ਹੈਗੀ, ਜਦੋਂ ਜ਼ਿਆਦਾ ਡੰਪਿੰਗ ਹੁੰਦੀ ਹੈਗੀ ਤਾਂ ਪੈਨਿਕ ਸੇਲਿੰਗ ਹੁੰਦੀ ਆ ਤਾਂ ਉਦੋਂ ਰੇਟ ਡਾਊਨ ਵੀ ਜਾਂਦੇ ਹੈਗੇ। ਤੇ ਜਦੋਂ ਬਾਇੰਗ ਹੁੰਦੀ ਹੈ ਮਤਲਬ ਕਿ ਇਸ ਦੀ ਖਰੀਦਦਾਰੀ ਹੈਗੀ, ਸੇਲਿੰਗ ਤੋਂ ਜ਼ਿਆਦਾ ਖਰੀਦਦਾਰੀ ਜਦੋਂ ਇਸ ਦੀ ਵੱਧ ਜਾਂਦੀ ਆ ਤਾਂ ਇਸ ਦੇ ਜੋ ਰੇਟ ਆ ਗਏ ਤਾਂ ਅੱਪ ਚਲੇ ਜਾਂਦੇ ਹੈਗੇ। ਇਸ ਚੀਜ਼ ਨੂੰ ਪੰਪਿੰਗ ਡੰਪਿੰਗ ਬੋਲਿਆ ਜਾਂਦਾ। ਜਦੋਂ ਤਾਂ ਰੇਟ ਅੱਪ ਜਾ ਰਹੇ ਹੁੰਦੇ ਆ ਉਸ ਚੀਜ਼ ਨੂੰ ਪੰਪਿੰਗ ਕਹਿੰਦੇ ਨੇਗੇ, ਤੇ ਜਦੋਂ ਡਾਊਨ ਡਿੱਗ ਰਹੇ ਹੁੰਦੇ ਨੇ ਤਾਂ ਉਸ ਚੀਜ਼ ਨੂੰ ਡੰਪਿੰਗ ਕਿਹਾ ਜਾਂਦਾ ਹੈਗਾ ਜੀ। ਇਹ ਜਿਸ ਤਰ੍ਹਾਂ ਸਪਲਾਈ ਐਂਡ ਡਿਮਾਂਡ ਦਾ ਰੂਲ ਹੁੰਦਾ ਗਾ, ਠੀਕ ਹੈ। ਜਦੋਂ ਕਿਸੇ ਵੀ ਚੀਜ਼ ਦੀ ਜੋ ਸਪਲਾਈ ਆ ਗਈ ਉਹ ਲਿਮਟਿਡ ਹੁੰਦੀ ਆ ਤੇ ਡਿਮਾਂਡ ਇੱਕ ਹੱਦੋਂ ਵੱਧ ਹੋਵੇ ਤਾਂ ਉਸ ਚੀਜ਼ ਦੇ ਜੋ ਰੇਟ ਨੇ ਆਪਣੇ ਆਪ ਜੋ ਅੱਪ ਚਲੇ ਜਾਂਦੇ ਨੇਗੇ, ਅਸਮਾਨੀ ਟੱਚ ਹੋ ਜਾਂਦੇ ਨੇਗੇ, ਠੀਕ ਹੈ ਜੀ। ਉਸੇ ਤਰ੍ਹਾਂ ਸੇਮ ਬਿਟਕੋਇਨ ਦੇ ਵਿੱਚ ਵੀ ਹੈਗਾ। ਜੇਕਰ ਆਪਾਂ ਬਿਟਕੋਇਨ ਦੀ ਗੱਲ ਕਰੀਏ, ਇਸ ਦੇ ਵਿੱਚ ਜੋ ਕੋਇਨ ਨੇਗੇ ਬਹੁਤ ਹੀ ਜ਼ਿਆਦਾ ਲਿਮਟਿਡ ਨੇ। ਜੋ ਬਿਟਕੋਇਨ ਦੀ ਟੋਟਲ ਸਪਲਾਈ ਹੈਗੀ ਲਗਭਗ 2 ਕਰੋੜ 10 ਲੱਖ ਹੀ ਹੈ। ਇਸ ਦੇ ਵਿੱਚ ਨਾ ਇੱਕ ਜ਼ਿਆਦਾ ਬਣੇ ਨਾ ਇੱਕ ਘੱਟ ਬਣੇ ਜੀ, ਬਿਕੋਜ਼ ਇਸ ਦੇ ਬਲੌਕਚੇਨ ਦੇ ਉੱਪਰ ਵਰਕ ਕਰਦਾ ਹੈਗਾ, ਠੀਕ ਹੈ ਜੀ। ਬਲੌਕਚੇਨ ਉੱਪਰ ਉਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਐਡੀਟਿੰਗ ਡਿਲੀਟਿੰਗ ਅਲਟਰੇਸ਼ਨ ਪੋਸੀਬਲ ਨਹੀਂ ਹੈਗੀ, ਠੀਕ ਹੈ ਜੀ। ਬਿਟਕੋਇਨ ਦੀ ਜੋ ਸਪਲਾਈ ਹੈਗੀ 2 ਕਰੋੜ 10 ਲੱਖ ਆ, ਤੇ ਉਸ ਦੇ ਵਿੱਚ ਜੋ ਮਾਈਨ ਹੋਏ ਨੇ ਹਜੇ ਤੱਕ ਲਗਭਗ 1 ਕਰੋੜ 91 ਲੱਖ ਤੋਂ ਪਲੱਸ ਥੋੜ੍ਹੇ ਬਹੁਤ ਹੋ ਚੁੱਕੇ ਨੇਗੇ। ਬਾਕੀ ਹਜੇ ਪੈਂਡਿੰਗ ਪਏ ਨੇਗੇ। ਮਤਲਬ ਕਿ ਜੇ ਪ੍ਰੋਪਰ ਦੇਖੀਏ ਆਪਾਂ 1 ਕਰੋੜ 91 ਲੱਖ ਹੀ ਹਜੇ ਬਣੇ ਨੇ ਬਿਟਕੋਇਨ, ਬਾਕੀ ਹਜੇ ਬਣਨੇ ਬਾਕੀ ਨੇ, ਜਿਨ੍ਹਾਂ ਨੂੰ ਲਗਭਗ 40-45 ਸਾਲ ਦਾ ਸਮਾਂ ਹੋਰ ਲੱਗ ਸਕਦਾ ਗਾ। ਇਹ ਇੱਕ ਮਾਈਨਿੰਗ ਦਾ ਪ੍ਰੋਸੈਸ ਹੈਗਾ।
ਠੀਕ ਹੈ ਜੀ। ਤੇ ਇਸ ਦਾ ਰੇਟ ਹੈਗਾ ਜੋ ਇੰਨਾ ਜ਼ਿਆਦਾ ਇਸੇ ਵਜ੍ਹਾ ਕਾਰਨ ਵੱਧਦਾ ਹੈਗਾ ਕਿਉਂਕਿ ਇਹਨਾਂ ਦੀ ਸਪਲਾਈ ਲਿਮਟਿਡ ਹੈਗੀ। ਤੇ ਗੱਲ ਕਰੀਏ ਇਸ ਦੇ ਚੱਲਣ ਦੀ, ਇਹ ਪੂਰੇ ਵਰਲਡ ਦੇ ਵਿੱਚ ਆ ਜੋ ਟੋਟਲ ਸਪਲਾਈ ਹੈਗੀ। ਜੇਕਰ ਆਪਾਂ ਪੰਜਾਬ ਦੀ ਪੋਪੂਲੇਸ਼ਨ ਦੀ ਗੱਲ ਕਰੀਏ 3 ਕਰੋੜ ਤੋਂ ਪਲੱਸ ਹੈਗੀ ਜੀ। ਇਹ ਜੋ ਟੋਟਲ ਨੇਗੇ 2 ਕਰੋੜ 10 ਲੱਖ ਨੇ, ਜਿਹਦੇ ਵਿੱਚੋਂ ਮੈਨ ਹਜੇ 1 ਕਰੋੜ 91 ਲੱਖ ਹੀ ਹੋਏ ਨੇ। ਤੇ ਇੱਥੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂਗੇ ਅੱਜ ਜੋ ਪੈਸਿਆਂ ਦੇ ਵਿੱਚ ਸਟਾਰਟ ਹੋਇਆ ਸੀਗਾ ਕੋਇਨ, ਅੱਜ ਉਸ ਦੀ ਜੋ ਕੀਮਤ ਹੈਗੀ ਲੱਖਾਂ ਦੇ ਵਿੱਚ ਆ। ਇਸ ਦੀ ਜੋ ਡਿਮਾਂਡ ਆ ਸਰ ਘਟੇਗੀ ਜਾਂ ਵਧੇਗੀ ਆਪਾਂ ਆਪ ਗੈਸ ਕਰ ਸਕਦੇ ਹਾਂਗੇ। ਡਿਮਾਂਡ ਹੱਦੋਂ ਵੱਧ ਹੋਏਗੀ ਜੀ, ਇਸੇ ਕਰਕੇ ਇਸ ਦੇ ਰੇਟ ਨੇਗੇ ਜੋ ਸਮੇਂ-ਸਮੇਂ ਤੇ ਅਪ ਜਾ ਰਹੇ ਨੇਗੇ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਆ, ਸਪਲਾਈ ਬਿਲਕੁਲ ਲਿਮਟਿਡ ਹੈ। ਅੱਛਾ, ਜੇ ਇੱਕ ਅੰਦਾਜ਼ੇ 'ਚ ਦੇਖੀ ਤਾਂ ਇਹਦਾ ਅੱਜ ਦਾ ਰੇਟ ਕੀ ਆ, ਦਰਸ਼ਕਾਂ ਨੂੰ ਵੀ ਦੱਸਿਓ ਵੀ ਬਿਟਕੋਇਨ ਅੱਜ ਕਿੰਨੇ ਦਾ ਵਿਕ ਰਿਹਾ ਇੱਕ ਬਿਟਕੋਇਨ? ਦੇਖੋ ਜੀ, ਆਪਾਂ ਦੇਖੀਏ ਬਿਟਕੋਇਨ ਦੇ ਰੇਟ ਆਗੇ ਜੋ ਅਪ ਡਾਊਨ ਚੱਲਦੇ ਰਹਿੰਦੇ ਆ, ਘੰਟਿਆਂ ਦੇ ਵਿੱਚ ਵੀ, ਮਿੰਟਾਂ ਦੇ ਵਿੱਚ ਵੀ, ਥੋੜ੍ਹਾ ਬਹੁਤ ਹਜ਼ਾਰਾਂ ਦੇ ਵਿੱਚ, ਲੱਖਾਂ ਦੇ ਵਿੱਚ। ਜੇਕਰ ਆਪਾਂ ਦਿਨਾਂ ਦੇ ਵਿੱਚ ਦੇਖੀਏ, ਹਫ਼ਤਿਆਂ ਦੇ ਵਿੱਚ ਦੇਖੀਏ ਤਾਂ ਅਪ ਡਾਊਨ ਇਸ ਦੇ ਵਿੱਚ ਚੱਲਦਾ ਰਹਿੰਦਾ ਹੈਗਾ। ਲਗਭਗ ਜੇਕਰ ਅੱਜ ਆਪਾਂ ਇੱਕ ਬਿਟਕੋਇਨ ਦੀ ਗੱਲ, ਕੀਮਤ ਦੀ ਗੱਲ ਕਰੀਏ ਤਾਂ 15 ਕੁ ਲੱਖ ਦੇ ਲਗਭਗ ਅੱਜ ਦਾ ਜਿਸ ਟਾਈਮ ਆਪਾਂ ਗੱਲ ਕਰ ਰਹੇ ਹਾਂਗੇ ਇਸ ਦੀ ਜੋ ਕੀਮਤ ਚੱਲ ਰਹੀ ਹੈ। ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ, ਤੁਹਾਡੇ ਤਜਰਬੇ ਦੇ ਹਿਸਾਬ ਨਾਲ, ਤੇ ਹਰ ਇੱਕ ਨਵੇਂ ਇਨਵੈਸਟਰ ਨੂੰ ਕਿਹੜੀ ਸਾਈਡ ਜਾਣਾ ਚਾਹੀਦਾ, ਕਿੱਥੇ ਇਨਵੈਸਟ ਕਰਨਾ ਚਾਹੀਦਾ, ਕਿਵੇਂ ਕਰਨਾ ਚਾਹੀਦਾ? ਦੋਸਤੋ, ਇਸ ਫੀਲਡ ਦੇ ਵਿੱਚ ਲਗਭਗ ਮੈਨੂੰ 1.5 ਸਾਲ ਤੋਂ ਪਲੱਸ ਦਾ ਸਮਾਂ ਹੋ ਚੁੱਕਿਆ ਹੈਗਾ। ਜੇਕਰ ਆਪਾਂ ਨੌਲੇਜ ਦੀ ਗੱਲ ਕਰੀਏ ਕ੍ਰਿਪਟੋ ਦੇ ਵਿੱਚ 2.5-3 ਸਾਲ ਦਾ ਸਮਾਂ ਹੋ ਚੁੱਕਿਆ ਕ੍ਰਿਪਟੋ ਬਾਰੇ ਸਿੱਖਦਿਆਂ ਨੂੰ, ਠੀਕ ਹੈ ਜੀ। ਜੇਕਰ ਆਪਾਂ ਇੱਕ ਬੇਸਿਕਲੀ ਗੱਲਬਾਤ ਕਰੀਏ ਕਿ ਆਪਾਂ ਨੂੰ ਕਿਸ ਕੋਇਨ ਦੇ ਵਿੱਚ ਜਾਣਾ ਚਾਹੀਦਾ ਗਾ, ਠੀਕ ਹੈ ਜੀ, ਇਹੀ ਸਵਾਲ ਆ ਜੀ ਤੁਹਾਡਾ। ਹਾਂਜੀ ਹਾਂਜੀ। ਬੇਸਿਕਲੀ ਆਪਾਂ ਜੇਕਰ ਮੂਲ ਮੰਤਰ ਦੇਖੀਏ ਵੀ ਆਪਾਂ ਨੂੰ ਇੱਕ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਆ, ਲੜ ਬੰਨ੍ਹ ਲੈਣੀ ਚਾਹੀਦੀ ਹੈਗੀ ਵੀ ਆਪਾਂ ਨੂੰ ਕਿਸ ਦੇ ਵਿੱਚ ਜਾਣਾ ਚਾਹੀਦਾ ਗਾ। ਦੋਸਤੋ, ਸਭ ਤੋਂ ਪਹਿਲਾਂ ਤਾਂ ਕੋਇਨ ਚੂਜ਼ ਕਰੋ ਹਮੇਸ਼ਾ। ਇਹ ਜੋ ਗੱਲ ਹੈਗੀ ਇਸ ਨੂੰ ਇੱਕ ਲੜ ਬੰਨ੍ਹ ਕੇ ਰੱਖਿਓ, ਹਮੇਸ਼ਾ ਕੋਇਨ ਹੀ ਚੂਜ਼ ਕਰੋ। ਕੋਇਨ ਕਿਹੜਾ ਹੋਏਗਾ ਜੀ, ਜਿਸ ਦੀ ਆਪਣੀ ਬਲੋਕਚੇਨ ਹੋਏਗੀ। ਪ੍ਰੋਜੈਕਟ ਦੀ ਸੈਲਫ ਬਲੋਕਚੇਨ ਹੋਣੀ ਲਾਜ਼ਮੀ ਹੈ, ਉਸ ਦੇ ਵਿੱਚ ਜਾਓ, ਠੀਕ ਹੈ ਜੀ। ਇਸ ਤੋਂ ਬਿਨਾਂ ਉਹ ਹੋਰ ਕੀ ਸਰਵਿਸਿਜ਼ ਦੇ ਰਿਹਾ ਗਾ ਫਿਊਚਰ ਦੇ ਲਈ, ਕਿਉਂਕਿ ਆਉਣ ਵਾਲਾ ਸਮਾਂ ਗਾ ਜੋ ਮੈਟਾਵਰਸ ਦੇ ਲਈ ਉਹ ਆਪਣੀ ਕੀ ਪਲਾਨਿੰਗ ਕਰ ਰਿਹਾ ਹੈਗਾ, ਫਿਊਚਰ ਦੇ ਉੱਪਰ ਆਪਣੀ ਕੀ ਪਲਾਨਿੰਗ ਕਰ ਰਿਹਾ। ਦੋਸਤੋ, ਇਸ ਤੋਂ ਬਾਅਦ ਜੋ ਥਰਡ ਪੁਆਇੰਟ ਮੇਨ ਹੈਗਾ ਉਹ ਆ ਜਾਂਦਾ ਗਾ ਜੀ ਸਪਲਾਈ ਦਾ। ਬਹੁਤ ਸਾਰੇ ਕੋਇਨ ਆਏ ਨੇ ਜਿਹੜੇ ਆਪਣੀ ਸੈਲਫ ਬਲੋਕਚੇਨ ਦੇ ਨਾਲ ਵੀ ਆਏ ਨੇਗੇ। ਅੱਜ ਵੀ ਕਿਤੇ ਨਾ ਕਿਤੇ ਰੇਟ ਆ ਜਿਹੜੇ ਉਹਨਾਂ ਦੇ ਉੱਥੇ 1 ਰੁਪਏ ਤੋਂ ਲੈ ਕੇ 10 ਰੁਪਏ ਦੇ ਵਿੱਚ ਡਗਮਗਾ ਰਹੇ ਨੇਗੇ। ਜਿਸ ਤਰ੍ਹਾਂ ਆਪਾਂ ਟਰਾਉਨ ਦੇਖ ਸਕਦੇ ਹਾਂਗੇ, ਬਲੋਕਚੇਨ ਦੀ ਸਪੀਡ ਹੈਗੀ ਜਿਹੜੀ ਬਹੁਤ ਵਧੀਆ ਹੈਗੀ, ਪਰ ਸਪਲਾਈ ਵੀ ਬਹੁਤ ਜ਼ਿਆਦਾ ਮੈਟਰ ਕਰਦੀ ਹੈਗੀ ਦੋਸਤੋ। ਕਿ ਸਪਲਾਈ ਹੈਗੀ ਜੋ ਲਿਮਟਿਡ ਹੋਣੀ ਚਾਹੀਦੀ ਹੈਗੀ। ਇਹ ਚੀਜ਼ ਨਾ ਹੋਵੇ ਕਿ ਕੋਈ ਵੀ ਚੀਜ਼ ਆ ਜਿਸ ਤਰ੍ਹਾਂ ਆਮ ਹੁੰਦੀ ਹੈਗੀ ਤਾਂ ਉਹਦੀ ਵੈਲਿਊ ਖਤਮ ਹੋ ਜਾਂਦੀ ਹੈ, ਠੀਕ ਹੈ ਜੀ। ਸਪਲਾਈ ਹੈ ਜਿਹੜੀ ਲਿਮਟਿਡ ਹੋਵੇ, ਵੀ ਇਹ ਨਾ ਹੋਵੇ ਵੀ ਟ੍ਰਿਲੀਅਨ ਦੇ ਵਿੱਚ ਕਿਸੇ ਵੀ ਚੀਜ਼ ਦੀ ਸਪਲਾਈ ਪਈ ਹੈਗੀ। ਜ਼ਿਆਦਾਤਰ ਕਰੋੜਾਂ ਦੇ ਵਿੱਚ ਹੀ ਸਪਲਾਈ ਹੈ ਜਿਹੜੀ ਹੋਣੀ ਚਾਹੀਦੀ ਹੈਗੀ। 50 ਕਰੋੜ ਜਾਂ ਇਸ ਤੋਂ ਡਾਊਨ ਕਰੋੜ ਜੋ ਵੀ ਜਿੰਨੇ ਵੀ ਸਪਲਾਈ ਹੈਗੀ ਆ ਤਾਂ ਉਸ ਦੇ ਵਿੱਚ ਆਪਾਂ ਨੂੰ ਐਂਟਰੀ ਕਰਨੀ ਚਾਹੀਦੀ ਹੈਗੀ। ਇਹ ਜੋ 3-4 ਚੀਜ਼ਾਂ ਨੇਗੀਆਂ ਇਹਨਾਂ ਦਾ ਮੁੱਖ ਆ ਜਿਹੜਾ ਆਪਾਂ ਨੇ ਧਿਆਨ ਰੱਖਣਾ ਗਾ। ਆਪਣੀ ਬਲੋਕਚੇਨ ਹੋਣੀ ਚਾਹੀਦੀ ਆ, ਫਿਊਚਰ ਦੇ ਉੱਪਰ ਕੀ ਪ੍ਰੋਜੈਕਟ ਉਹ ਕੰਮ ਕਰ ਰਿਹਾ ਹੈਗਾ, ਕੀ ਹਰ ਰੋਜ਼ ਉਸ ਪ੍ਰੋਜੈਕਟ ਦੇ ਵਿੱਚੋਂ ਆਪਾਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ। ਜੇਕਰ ਨਵਾਂ ਸਿੱਖਣ ਨੂੰ ਮਿਲ ਰਿਹਾ ਤਾਂ ਮੰਨ ਸਕਦੇ ਵੀ ਹਾਂ ਉਹ ਪ੍ਰੋਜੈਕਟ ਫਿਊਚਰ ਦੇ ਉੱਪਰ ਕੰਮ ਕਰ ਰਿਹਾ ਹੈਗਾ। ਤੇ ਇਸ ਤੋਂ ਨੈਕਸਟ ਹੋ ਗਿਆ ਦੋਸਤੋ ਸਪਲਾਈ। ਇਹਨਾਂ ਪੁਆਇੰਟਾਂ ਦਾ ਮੇਨ ਧਿਆਨ ਰੱਖਿਓ ਕਿ ਸਪਲਾਈ ਲਿਮਟਿਡ ਹੋਣੀ ਚਾਹੀਦੀ ਕਿ ਤਾਂ ਹੀ ਉਸ ਦੇ ਜੋ ਰੇਟ ਨੇਗੇ ਅਪ ਜਾਣਗੇ, ਅਦਰਵਾਈਜ਼ ਰੇਟ ਅਪ ਜਾਣ ਦੇ ਸੰਭਾਵਨਾਵਾਂ ਬਹੁਤ ਘੱਟ ਹੁੰਦੀਆਂ ਨੇ ਦੋਸਤੋ। ਇਹ ਸਵਾਲ ਜ਼ਰੂਰ ਬਣਦਾ ਕਿ ਜੋ ਇਹਨਾਂ ਨੇ ਐਮ ਕੋਇਨ ਦਾ ਨਾਮ ਲਿਆ ਸੀਗਾ ਤੇ ਉਹਦੇ ਵਿੱਚ ਬਿਟਕੋਇਨ ਦੇ ਕੰਪੈਰੀਜ਼ਨ ਜਾਂ ਕਿਸੇ ਹੋਰ ਦੇ ਕੰਪੈਰੀਜ਼ਨ ਜਿੰਨੇ ਕੋਇਨ ਚੱਲਦੇ ਨੇ ਕੀ ਡਿਫਰੈਂਸ ਹੈ? ਕੋਇਨ ਦੀ ਐਗਜ਼ਾਮਪਲ ਲਈਏ, ਬਿਟਕੋਇਨ ਦੇ ਵਿੱਚ ਜੋ ਬਲੋਕਚੇਨ ਆ ਗਈ ਉਸ ਦੀ TPS ਸਭ ਤੋਂ ਸੰਗੀਨ ਮੁੱਦਾ, ਉਸ ਦੀ ਟ੍ਰਾਂਜੈਕਸ਼ਨ ਦੀ ਸਪੀਡ ਆ ਗਈ, ਉਸ ਦੀ ਜੋ TPS ਆ ਬਹੁਤ ਹੀ ਜ਼ਿਆਦਾ ਸਲੋ ਆ ਗਈ। 2009 ਦੇ ਵਿੱਚ ਜਿਸ ਤਰ੍ਹਾਂ ਆਪਾਂ ਦੱਸਿਆ ਕਿ ਇਸ ਦੇ ਵਿੱਚ ਬਦਲਾਵ ਨਹੀਂ ਹੋ ਸਕਦਾ ਹੈਗਾ। ਪਬਲਿਕ ਬਲੋਕਚੇਨ ਦੇ ਉੱਪਰ ਜਿਹੜਾ ਬਿਟਕੋਇਨ ਚੱਲਦਾ ਹੈਗਾ ਉਸ ਦੀ ਜੋ TPS ਦੀ ਸਪੀਡ ਆ ਗਈ ਲਗਭਗ 2 ਤੋਂ ਲੈ ਕੇ 5 ਜਾਂ 7 ਟ੍ਰਾਂਜੈਕਸ਼ਨਾਂ ਹੀ ਉਹ ਪਰ ਸੈਕਿੰਡ ਕਰ ਸਕਦਾ ਗਾ। ਜੇਕਰ ਆਪਾਂ ਐਮ ਕੋਇਨ ਦੀ ਗੱਲ ਕਰੀਏ, ਇਸ ਤੋਂ ਬਾਅਦ ਬਿਟਕੋਇਨ ਤੋਂ ਬਾਅਦ ਅਥੇਰੀਅਮ ਲਾਂਚ ਹੋਇਆ ਜੀ। ਅਥੇਰੀਅਮ ਤੋਂ ਬਾਅਦ ਬਿਨਾਂਸ ਹੋਇਆ। ਬਿਨਾਂਸ ਦੀ ਕਿਸੇ ਵੀ ਕੋਇਨ ਦੀ ਆਪਾਂ ਬਲੋਕਚੇਨ ਦੇ ਉੱਪਰ ਹੀ ਜਾ ਕੇ ਉਸ ਨੂੰ ਸਾਰੀ ਸਰਚਿੰਗ ਕਰ ਸਕਦੇ ਹਾਂ, ਉਸ ਦੀ ਸਪਲਾਈ ਵਗੈਰਾ, ਉਸ ਦੀ TPS ਵਗੈਰਾ। ਜਿਸ ਤਰ੍ਹਾਂ ਬਿਟਕੋਇਨ scan.com ਕਰਕੇ ਉਸ ਦੇ ਐਕਸਪਲੋਰਰ ਉੱਪਰ ਬਲੋਕਚੇਨ ਉੱਪਰ ਚਲੇ ਜਾਵਾਂਗੇ, ਆਪਾਂ ਉਸ ਦੀ ਡਿਟੇਲ ਲੈ ਸਕਦੇ ਹਾਂ। ਜੋ ਆਪਾਂ ਗੱਲਬਾਤ ਕਹਿ ਰਹੇ ਹਾਂਗੇ ਉਸ ਨੂੰ ਤੁਸੀਂ ਵੈਰੀਫਾਈ ਕਰ ਸਕਦੇ ਹੋ। ਇਸ ਤੋਂ ਬਾਅਦ ਅਥੇਰੀਅਮ ਦੀ etherscan.com ਕਰਕੇ ਤੁਸੀਂ ਸਰਚ ਕਰ ਸਕਦੇ ਹੋਗੇ। ਬਿਨਾਂਸ ਦੀ BSC-scan.com ਕਰਕੇ ਉਸ ਦੀ ਬਲੋਕਚੇਨ ਉੱਪਰ ਚਲੇ ਜਾਓਗੇ, ਉਸ ਦੀ ਵੀ TPS ਦੇਖੋਗੇ। ਜੇਕਰ ਆਪਾਂ ਐਮ ਕੋਇਨ ਦੀ ਬਲੋਕਚੇਨ ਦੀ TPS ਦੀ ਗੱਲ ਕਰੀਏ ਤਾਂ ਲਗਭਗ 2.5 ਲੱਖ ਤੋਂ ਪਲੱਸ ਹੈ ਜੀ ਪਰ ਸੈਕਿੰਡ। ਵਰਲਡ ਵਾਈਡ ਇਹ ਇੰਨੀਆਂ ਟ੍ਰਾਂਜੈਕਸ਼ਨਾਂ ਕਰ ਸਕਦੀ ਹੈ। ਤੇ ਇਸ ਤੋਂ ਇਲਾਵਾ
ਆਪਾਂ ਇੱਕ ਗੱਲ ਹੋਰ ਕਰ ਰਹੇ ਸੀਗੇ ਕਿ ਜਿੰਨੀ ਜ਼ਿਆਦਾ ਡਿਮਾਂਡ ਵਧੇਗੀ ਉਨਾ ਹੀ ਜ਼ਿਆਦਾ ਕੋਇਨ ਦਾ ਰੇਟ ਅੱਪ ਜਾਏਗਾ। ਜੇਕਰ ਕੋਈ ਪ੍ਰੋਜੈਕਟ ਫਿਊਚਰ ਉੱਪਰ ਵਰਕ ਕਰ ਰਿਹਾ ਹੈਗਾ ਤਦ ਹੀ ਉਸ ਦੀ ਡਿਮਾਂਡ ਹੋਏਗੀ, ਅਦਰਵਾਈਜ਼ ਉਸ ਦੀ ਡਿਮਾਂਡ ਵੀ ਨਹੀਂ ਹੋਏਗੀ। ਠੀਕ ਹੈ ਜੀ, ਜਾਂ ਉਸ ਦੇ ਰੇਟ ਵੀ ਤਦ ਹੀ ਇਨਕਰੀਜ਼ ਹੋਣਗੇ ਜਦ ਉਸ ਦੀ ਡਿਮਾਂਡ ਹੋਏਗੀ। ਤਾਂ ਇਹ ਪ੍ਰੋਜੈਕਟ ਹੈਗਾ ਜੋ ਫਿਊਚਰ ਦੇ ਉੱਪਰ ਵਰਕ ਕਰ ਰਿਹਾ ਹੈਗਾ, ਮੈਟਾਵਰਸ ਦੇ ਉੱਪਰ ਵਰਕ ਕਰ ਰਿਹਾ ਹੈਗਾ। ਮੈਟਾ ਬਣੀ ਲੀਜੈਂਡ ਇਹਨਾਂ ਦਾ ਆਪਣਾ ਇੱਕ ਪਲੇਟਫਾਰਮ ਹੈਗਾ ਜੋ ਮੈਟਾਵਰਸ ਦੇ ਵਿੱਚ ਅਵੇਲੇਬਲ ਹੈਗਾ ਜੋ ਲਾਈਵ ਹੈਗਾ ਉਸ ਨੂੰ ਦੇਖ ਸਕਦੇ ਹਾਂਗੇ। NFT ਪਲੇਟਫਾਰਮ ਵੀ ਆਪਣਾ ਹੈਗਾ ਇਹਨਾਂ ਦਾ, ਜਿੱਥੋਂ ਆਪਾਂ NFT ਕਲੈਕਸ਼ਨ ਕਰ ਸਕਦੇ ਹਾਂਗੇ, ਖਰੀਦ ਸਕਦੇ ਹਾਂਗੇ। ਇੱਥੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਫਿਊਚਰ ਦੇ ਵਿੱਚ ਇਸ ਦੇ ਜੋ ਰੇਟ ਨੇਗੇ ਕਿੰਨੀ ਜ਼ਿਆਦਾ ਹਾਈਪ ਉੱਪਰ ਜਾਣਗੇ। ਉਮੀਦ ਹੈ ਵੀ ਤੁਹਾਨੂੰ ਇਹ ਸਾਰੀ ਜਾਣਕਾਰੀ ਬਹੁਤ ਸੰਤੁਸ਼ਟ ਕਰੇਗੀ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ। ਜੇ ਤੁਹਾਡਾ ਕੋਈ ਸਵਾਲ ਹੋਇਆ ਤਾਂ ਤੁਸੀਂ ਨੀਚੇ ਕਮੈਂਟਸ ਦੇ ਵਿੱਚ ਦਿਓ। ਕਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੋ ਤਾਂ ਅਸੀਂ ਅਗਲੀ ਕਵਰੇਜ ਉਸ ਤੁਹਾਡੇ ਸਵਾਲ ਦੇ ਉੱਪਰ ਜ਼ਰੂਰ ਕਰਾਂਗੇ। ਧੰਨਵਾਦ ਜੀ, ਜਿਉਂਦੇ ਵਸਦੇ ਰਹੋ, ਰੱਬ ਰੱਖਾ।